जी का खालसा वाहिगुरू जी की फतेह। ਸਾਰੇ ਹੀ ਅੱਜ ਦੀ ਕਲਾਸ ਵਿੱਚ ਹਾਜ਼ਰ ਹੋਣ ਵਾਲਿਆਂ ਨੂੰ ਜੀ ਆਇਆਂ। ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਆਪਾਂ ਜੁੜੇ ਹਾਂ। ਜਿਵੇਂ ਰੋਜ਼ ਕਲਾਸ ਦੀ ਆਰੰਭਤਾ ਤੋਂ ਪਹਿਲਾਂ ਗੁਰਮੰਤਰ ਤੇ ਮੂਲ ਮੰਤਰ ਦਾ ਜਾਪ ਅਸੀਂ ਕਰਦੇ ਹਾਂ। ਪਹਿਲਾਂ ਮੂਲ ਮੰਤਰ ਫਿਰ ਗੁਰਮੰਤਰ ਦਾ ਜਾਪ ਕਰਕੇ ਅਸੀਂ ਕਲਾਸ ਦੀ ਆਰੰਭਤਾ ਕਰਾਂਗੇ ਜੀ। ਇਕਾਗਰਚਿਤ ਹੋਈਏ, ਸੁਰਤੀਆਂ ਮਾਲਕ ਦੇ ਚਰਨਾਂ ਵਿੱਚ ਜੋੜੀਏ ਤਾਂ ਕਿ ਸਤਿਗੁਰੂ ਦੀ ਸਿੱਖਿਆ ਤੇ ਅਸੀਂ ਅਮਲ ਕਰਨ ਯੋਗ ਹੋ ਜਾਈਏ। ਉਹਦੇ ਗੁਣ, ਉਹਦੇ ਭਾਉ, ਉਹਦਾ ਅਦਬ, ਉਹਦਾ ਸਤਿਕਾਰ, ਨਿਰਮਲ ਭਾਉ ਸਾਡੇ ਹਿਰਦੇ 'ਚ ਵਸਿਆ ਰਹੇ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਗੁਰੂ ਦੀ ਗੱਲ ਕਰਨ ਲਈ, ਗੁਰੂ ਦੀ ਗੱਲ ਸੁਣਨ ਲਈ ਰੋਜ਼ ਨਿਤਾ ਪ੍ਰਤੀ ਆਪਾਂ ਇੱਥੇ ਆਨਲਾਈਨ ਕਲਾਸ ਦੇ ਵਿੱਚ ਹਾਜ਼ਰੀ ਭਰਦੇ ਹਾਂ। ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਕਿਰਪਾ ਸਦਕਾ ਸਿੱਧ ਗੋਸ਼ਟ ਦੀ ਬਾਣੀ ਜਿਹੜੀ ਹੈ ਉਹ ਆਪਾਂ ਆਰੰਭ ਕੀਤੀ ਹੋਈ ਹੈ। ਸਿੱਧ ਗੋਸ਼ਟ ਦੀ ਬਾਣੀ ਦੀਆਂ ਲਗਭਗ 31 ਪੌੜੀਆਂ ਅਸੀਂ ਪੂਰੀਆਂ ਕਰ ਚੁੱਕੇ ਹਾਂ। 32ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋਣੀ ਹੈ। ਜਿਵੇਂ ਕੱਲ ਸਮਾਪਤੀ ਵੇਲੇ ਬੇਨਤੀ ਕੀਤੀ ਸੀ, ਗੁਰੂ ਪਾਤਸ਼ਾਹ ਜੀ ਨੇ 27, 28, 29, 30, 31 ਇਹ 5 ਪੌੜੀਆਂ ਜਿਹੜੀਆਂ ਹਨ ਇਹ ਗੁਰੂ ਅਨੁਸਾਰੀ ਹੋਣ ਵਾਲੇ ਗੁਰੂ ਕੇ ਸਿੱਖ ਦੇ ਜਗਿਆਸੂ ਦੇ ਉਹਨਾਂ ਦਾ ਵਰਣਨ ਕੀਤਾ ਹੈ। ਅਗਲੀਆਂ 2 ਪੌੜੀਆਂ ਵਿੱਚ ਪਰਮੇਸ਼ਰ ਦੇ ਨਾਮ ਵਿੱਚ ਰੰਗੀਆਂ ਹੋਈਆਂ ਉੱਚੀਆਂ ਰੂਹਾਂ ਜਿਹੜੀਆਂ ਹਨ, ਜਿਹੜੀ ਪਰਮੇਸ਼ਰ ਦੇ ਨਾਲ ਨੇੜੇ ਹਨ, ਉਹਨਾਂ ਦਾ ਜ਼ਿਕਰ ਕੀਤਾ। ਜਿਵੇਂ ਜਿਵੇਂ ਇਨਸਾਨ ਗੁਰਮਤਿ ਅਨੁਸਾਰੀ ਹੁੰਦਾ ਹੈ, ਗੁਰੂ ਦੀ ਮੱਤ ਲੈਂਦਾ ਜਾਂਦਾ ਹੈ, ਤਿਵੇਂ ਤਿਵੇਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਇਨਸਾਨ ਦੀ ਨੇੜਤਾ ਵੱਧਦੀ ਜਾਂਦੀ ਹੈ। ਜਿਵੇਂ ਜਿਵੇਂ ਨੇੜਤਾ ਵੱਧਦੀ ਜਾਂਦੀ ਹੈ, ਤਿਵੇਂ ਤਿਵੇਂ ਦੇ ਹਿਰਦੇ ਵਿੱਚ ਖੇੜਾ, ਆਨੰਦ, ਖੁਸ਼ੀ, ਚਾਉ ਉਸ ਪਰਮੇਸ਼ਰ ਦੇ ਦੀਦਾਰ ਦਾ ਬਣਦਾ ਰਹਿੰਦਾ ਹੈ। ਜਦੋਂ ਇਨਸਾਨ ਜਿਹਨੂੰ ਜੀਵਨ ਵਿੱਚ ਸਫਲਤਾ ਵਾਲੇ ਪਾਸੇ ਦੇਖਦਾ ਹੈ, ਜਿਸ ਮਾਰਗ ਤੇ ਚੱਲਦਿਆਂ ਸਾਨੂੰ ਆਮ ਦੁਨੀਆ ਵਿੱਚ ਵੀ ਸਫਲਤਾ ਮਿਲੇ,
ਅਸੀਂ ਫਿਰ ਹੋਰ ਮਿਹਨਤ ਕਰਦੇ ਹਾਂ, ਹੋਰ ਜ਼ਿਆਦਾ ਮਿਹਨਤ ਕਰਕੇ ਉਸ ਪਾਸੇ ਵੱਲ ਨੂੰ ਕਦਮ ਰੱਖਦੇ ਹਾਂ। ਸਾਨੂੰ ਮੰਜ਼ਿਲ ਨਜ਼ਰ ਆਉਂਦੀ ਹੋਵੇ, ਸਾਡਾ ਪੰਧ ਵੀ ਪੈਂਡਾ ਵੀ ਆਸਾਨ ਹੋ ਜਾਂਦਾ, ਕਿੰਨਾ ਵੀ ਦੂਰੀ ਕਿਉਂ ਨਾ ਹੋਵੇ। ਪਰ ਜੇ ਮੰਜ਼ਿਲ ਨਜ਼ਰ ਆਉਂਦੀ ਹੋਵੇ, ਪਤਾ ਹੋਵੇ ਅਸੀਂ ਇੱਥੇ ਚਲਦੇ ਚਲਦੇ ਮੰਜ਼ਿਲ ਤੇ ਪਹੁੰਚ ਜਾਵਾਂਗੇ, ਤਾਂ ਫਿਰ ਉਹ ਪਿੰਡਾ ਵੀ ਆਸਾਨ ਜਿਹਾ ਜਾਪਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਜੀ ਨੇ ਜੀਵਨ ਦੇ ਇਸ ਮਾਰਗ ਦੀ ਖੇਡ ਵੀ ਬਿਆਨ ਕੀਤੀ ਹੈ। ਜਿਹੜੀਆਂ 5 ਪੌੜੀਆਂ ਵਿੱਚ ਗੁਰੂ ਸਾਹਿਬ ਜੀ ਨੇ ਵਿਚਾਰ ਦਿੱਤੀ ਸੀ ਕਿ ਗੁਰਮੁਖ ਦੇ ਹਿਰਦੇ ਵਿੱਚ ਹਮੇਸ਼ਾ ਹੀ ਪਰਮੇਸ਼ਰ ਦਾ ਭਾਵ ਹੁੰਦਾ ਹੈ, ਅਦਬ ਹੁੰਦਾ, ਡਰ ਹੁੰਦਾ, ਉਹ ਨਿਰਮਲ ਭਾਵ ਵਿੱਚ ਰਹਿੰਦਾ ਹੈ। ਉਹ ਨਿਰਮਲ ਭਾਵ ਵਿੱਚ ਰਹਿੰਦਿਆਂ ਹੋਇਆਂ ਫਿਰ ਆਪਣੀ ਰੋਜ਼ਾਨਾ ਦੀ ਜਿਹੜੀ ਉਸਦੀ ਰੋਜ਼ ਦੀ ਰੂਟੀਨ ਹੈ, ਉੱਠਣਾ, ਗੁਰਮੰਤਰ, ਮੂਲ ਮੰਤਰ, ਨਿਤਨੇਮ ਦੀਆਂ ਬਾਣੀਆਂ, ਸੰਗਤ, ਇਹਦਾ ਚਾਅ ਉਹਦੇ ਅੰਦਰ ਬਣਿਆ ਰਹਿੰਦਾ ਹੈ। ਜਦੋਂ ਚਾਅ ਬਣਦਾ ਹੈ, ਫਿਰ ਇਹਦੇ ਕਦਮ ਅੱਗੇ ਪਾਸੇ ਨੂੰ ਵੱਧਦੇ ਹਨ। ਗੁਰਬਾਣੀ ਦੇ ਉਪਦੇਸ਼ਾਂ ਦੇ ਨਾਲ ਫਿਰ ਇਹ ਘੜ ਮਨ ਨੂੰ ਘੜਦਾ ਹੈ, ਕਿਉਂਕਿ ਇਹਨੂੰ ਸਮਝ ਆ ਜਾਂਦੀ ਹੈ ਕਿ ਅਣਘੜੀ ਹੋਈ ਕੋਈ ਵੀ ਚੀਜ਼ ਕਰਤਾਰ ਦੇ ਘਰ 'ਚ ਪਰਵਾਰ ਨਹੀਂ ਹੁੰਦੀ, ਅਣਘੜਿਆ ਮਨ ਵੀ ਪਰਵਾਰ ਨਹੀਂ ਹੁੰਦਾ। ਜਿਵੇਂ ਜਿਵੇਂ ਆਪਣੇ ਅੰਦਰ ਦੀ ਘਾਟ ਨੂੰ ਘੜਦਾ ਹੈ, ਤਿਵੇਂ ਤਿਵੇਂ ਇਹਦੀ ਨੇੜਤਾ ਵੱਧਦੀ ਜਾਂਦੀ ਹੈ। ਗੁਰੂ ਸ਼ਬਦ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਉਂਦਾ ਹੈ ਤੇ ਉੱਥੋਂ ਸਿੱਖਿਆ ਲੈ ਕੇ ਫਿਰ ਕਰਮਸ਼ੀਲ ਰਹਿੰਦਾ ਹੈ। ਇੱਕ ਅਜਿਹਾ ਆਦਰਸ਼ਕ ਮਨੁੱਖ ਸਰੂਪ ਪੇਸ਼ ਕਰਦਾ ਹੈ ਜੋ ਹੋਰਨਾਂ ਨੂੰ ਵੀ ਇਸ ਪਾਸੇ ਵੱਲ ਤੁਰਨ ਲਈ ਆਪਣੇ ਵੱਲ ਖਿੱਚ ਲੈਂਦਾ ਹੈ। ਗੁਰੂ ਪਾਤਸ਼ਾਹ ਜੀ ਨੇ ਇਹ ਪਾਵਨ ਬਚਨਾਂ ਦੇ ਵਿੱਚ ਸਾਨੂੰ ਦੱਸਿਆ ਸੀ ਕਿ ਗੁਰਮਤਿ ਅਨੁਸਾਰੀ ਗੁਰੂ ਕੇ ਪਿਆਰੇ ਜੀੜੇ, ਖਾਂਦੇ ਪੀਂਦੇ ਦੁਨਿਆਵੀ ਕਾਰ ਵਿਹਾਰ ਕਰਦੇ, ਸਮਾਜ ਵਿੱਚ ਵਿਚਰਦੇ ਹੋਏ ਉਸ ਪਰਮੇਸ਼ਰ ਦੀ ਯਾਦ ਨੂੰ ਹਿਰਦੇ ਚੋਂ ਨਹੀਂ ਭੁਲਾਉਂਦੇ। ਭਾਵ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਉਹਨਾਂ ਦੇ ਅੰਦਰ ਉਹਦੀ ਯਾਦ ਬਣੀ ਰਹਿੰਦੀ ਹੈ। ਉਸ ਨਾਮ ਤੋਂ ਫਿਰ ਨਿਮਰਤਾ ਦੀ ਪੂੰਜੀ ਨਾਲ ਇਹ ਮਨੁੱਖ ਮਾਲੋ ਮਾਲ ਹੁੰਦਾ ਜਾਂਦਾ ਹੈ। ਕੱਲ ਵੀ ਆਪਾਂ ਵਿਚਾਰ ਕੀਤੀ ਸੀ ਕਿ ਨਿਰਣਾ ਕਰਨਾ ਜੀਵ ਨੇ ਕਿਸ ਪਾਸੇ ਤੁਰਨਾ, ਇਹ ਜੀਵ ਦੇ ਹੱਥ ਵਿੱਚ ਹੈ। ਪਰਮੇਸ਼ਰ ਨੇ ਸੋਚ ਦਿੱਤੀ ਹੈ, ਬੁੱਧੀ ਦਿੱਤੀ ਹੈ, ਬਖਸ਼ਿਸ਼ ਦਿੱਤੀ ਹੈ, ਵਿਵੇਕ ਬੁੱਧ ਦੀ ਅਸੀਂ ਮੰਗ ਕੀਤੀ ਹੈ। ਜੇ ਅਸੀਂ ਉਹ ਵਿਵੇਕ ਬੁੱਧ ਦੇ ਇਸਤੇਮਾਲ ਨਹੀਂ ਕੀਤੇ, ਫਿਰ ਅਸੀਂ ਜੀਵਨ ਦਾ ਆਨੰਦ ਵੀ ਨਹੀਂ ਮਾਣ ਸਕਦੇ। ਗੁਰੂ ਦੇ ਅਨੁਸਾਰੀ ਵਿਅਕਤੀ ਕੇਵਲ ਗੁਰੂ ਸ਼ਬਦ ਦੇ ਉੱਤੇ ਭਰੋਸਾ ਰੱਖਦਾ ਹੈ। ਉਹ ਫਿਰ ਇੱਧਰ ਉੱਧਰ ਝਾਕ ਨਹੀਂ ਕਰਦਾ। ਉਹਨੂੰ ਪਤਾ ਹੈ ਕਿ ਮੇਰਾ ਇਸ਼ਟ ਗੁਰਦੇਵ ਕੇਵਲ ਤਾਂ ਕੇਵਲ ਪਰਮੇਸ਼ਰ ਹੈ, ਇਸ ਤੋਂ ਇਲਾਵਾ ਹੋਰ ਕੋਈ ਉਹਦਾ ਜੀਵਨ ਦਾ ਆਸਰਾ ਨਹੀਂ ਹੁੰਦਾ। ਉਹਨੂੰ ਦ੍ਰਿੜ ਗਿਆਨ ਇਹ ਹੋ ਜਾਂਦਾ ਵੀ ਧਰਤੀ ਜਿਹੜੀ ਹੈ ਇਹ ਧਰਮਸ਼ਾਲ ਹੈ, ਪਰ ਪਕਾਉਣ ਕਮਾਉਣ ਲਈ ਇੱਥੇ ਜੀਵਨ 'ਚ ਆਇਆ, ਕਿਉਂਕਿ ਇਹ ਧਰਤੀ ਥਾਪ ਰੱਖੀ ਧਰਮਸ਼ਾਲ ਹੈ। ਇੱਥੇ ਇਨਸਾਨ ਨੇ ਧਰਮ ਕਮਾਉਣਾ ਹੈ। ਫਿਰ ਉਹ ਧਰਮ ਕਮਾਉਣ ਦੀਆਂ ਗੱਲਾਂ ਸੋਚਦਾ ਹੈ ਕਿ ਸਿਰ ਦੀਆਂ ਸਿੱਧੀਆਂ ਦੀਆਂ ਤਾਕਤਾਂ ਵਿੱਚ ਨਹੀਂ ਫਸਦਾ। ਪ੍ਰਵਿਰਤੀ ਤੇ ਨਿਵਰਤੀ ਮਾਰਗ ਦੀ ਉਹਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ। ਸੱਚੇ ਮਾਰਗ ਤੇ ਚੱਲਦਾ ਹੋਇਆ ਉਹ ਸੱਚੇ ਮਾਰਗ ਦੇ ਹੋਰਨਾਂ ਨੂੰ ਚਲਾਉਂਦਾ ਹੈ। ਜਿੱਥੇ ਜਗਤ ਵਿੱਚ ਉਹਦੀ ਉਪਤਾ ਵਡਿਆਈ ਹੁੰਦੀ ਹੈ, ਉੱਥੇ ਪਰਮੇਸ਼ਰ ਦੇ ਦਰ ਤੇ ਵੀ ਪ੍ਰਵਾਨਗੀ ਹੁੰਦੀ ਹੈ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜਾ ਇਨਸਾਨ ਵੀ ਇਸ ਪਾਸੇ ਚੱਲਦਾ ਹੈ, ਗੁਰੂ ਪਾਤਸ਼ਾਹ ਜੀ ਨੇ ਉਸ ਗੁਰਮੁਖ ਦਾ ਨਕਸ਼ਾ ਖਿੱਚ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ ਵੀ ਉਹ ਜੀਵਨ ਦੀਆਂ ਕਾਮਯਾਬੀਆਂ ਨੂੰ ਹਾਸਲ ਕਰ ਲੈਂਦਾ ਹੈ। ਹੁਣ ਜਿਨ੍ਹਾਂ ਮਨੁੱਖਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ, ਨਾਮ ਜਪਿਆ, ਉਹ ਗੁਰਮੁਖ ਬਣ ਗਏ। ਉਹਨਾਂ ਦੇ ਅੰਦਰ ਆਤਮਿਕ ਸ਼ਕਤੀ ਪੈਦਾ ਹੋ ਗਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰੀਆਂ ਪੌੜੀਆਂ ਵਿੱਚ ਆਪਾਂ ਨੂੰ ਗੱਲ ਦ੍ਰਿੜ ਕਰਵਾਈ ਕਿ ਗੁਰੂ ਅਨੁਸਾਰੀ ਹੋ ਕੇ ਜੀਵਨ ਜਿਹੜੇ ਜਿਉਂਦੇ ਹਨ, ਉਹ ਫਿਰ ਦੁਨੀਆ ਦੀ ਪਰਵਾਹ ਨਹੀਂ ਕਰਦੇ। ਉਹ ਭਾਵੇਂ ਨਾਮਦੇਵ ਜੀ ਹੋਣ, ਭਾਵੇਂ ਭਗਤ ਕਬੀਰ ਜੀ ਹੋਣ, ਭਾਵੇਂ ਪ੍ਰਹਲਾਦ ਹੋਵੇ, ਉਹ ਕਿਸੇ ਦੇ ਪਹੁੰਚ ਨਹੀਂ ਆਉਂਦੇ, ਕਿਉਂਕਿ ਮੌਤ ਦਾ ਭਾਵਨਾ ਦੇ ਨੇੜੇ ਹੀ ਨਹੀਂ ਆਉਂਦਾ। ਇਸ ਵਾਸਤੇ ਗੁਰੂ ਅਨੁਸਾਰੀ ਹੋਣਾ ਜ਼ਿੰਦਗੀ ਦਾ ਲੱਛਣ ਹੈ, ਨਿਸ਼ਾਨਾ ਹੈ। ਹੁਣ ਗੁਰੂ ਸਾਹਿਬ ਜੀ ਨੇ ਉਸ ਤੋਂ ਅੱਗੇ 2 ਪੌੜੀਆਂ 32 ਤੇ 33 ਦੇ ਵਿੱਚ ਨਾਮ ਰਤਿਆਂ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ 1-2 ਪੌੜੀਆਂ ਤੋਂ ਬਾਅਦ ਫਿਰ ਗੁਰਮੁਖ ਦੀਆਂ 3-4 ਪੌੜੀਆਂ ਇਸ ਤਰ੍ਹਾਂ ਅੱਗੇ ਤੁਰੀਆਂ ਆਉਂਦੀਆਂ।
42 ਨੰਬਰ ਪੌੜੀ ਤੱਕ ਆਪਾਂ ਵਿਚਾਰ ਕੀਤੀ ਸੀ ਕਿ ਗੁਰੂ ਪਾਤਸ਼ਾਹ ਗੁਰੂ ਸਾਹਿਬ ਜੀ ਆਪਣਾ ਸਿਧਾਂਤ ਜਿਹੜਾ ਹੈ ਉਹ ਦੱਸ ਰਿਹਾ। ਅੱਜ ਆਪਾਂ 32ਵੀਂ ਪੌੜੀ ਤੋਂ 32ਵੀਂ ਪੌੜੀ ਦੀ ਵਿਚਾਰ ਜਿਹੜੀ ਕਰਨੀ ਹੈ। ਨਾਮੇ ਰਾਤੀ ਹੋਮੈ ਜਾਏ, ਨਾਮ ਰਤੇ ਸਚ ਰਹੇ ਸਮਾਏ। ਨਾਮ ਰਤੇ ਜੋਗ ਜੁਗਤ ਵਿਚਾਰ, ਨਾਮ ਰਤੇ ਪਾਵੇਂ ਮੋਖ ਦੁਆਰ। ਨਾਮ ਰਤੇ ਤ੍ਰਿਭਵਨ ਸੋਜੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ। ਨਾਮ ਰਤੇ ਤ੍ਰਿਭਵਨ ਸੋਜੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ। ਪਹਿਲੀ ਪੰਕਤੀ ਦੀ ਗੁਰੂ ਪਾਤਸ਼ਾਹ ਜੀ ਨੇ ਜੀਵਨ ਦੇ ਤੱਤ ਸਾਡੇ ਝੋਲੇ ਵਿੱਚ ਪਾਏ ਹਨ। ਪ੍ਰਭੂ ਦੇ ਨਾਮ ਵਿੱਚ ਇੱਕ ਐਸਾ ਦਵਾਈ ਹੈ, ਪ੍ਰਭੂ ਦਾ ਨਾਮ, ਜਿਹਦੇ ਨਾਲ ਸਾਡੀ ਹਉਮੈ ਦੂਰ ਹੋ ਜਾਂਦੀ ਹੈ। ਹਉਮੈ ਪਰਮੇਸ਼ਰ ਦੇ ਮਿਲਾਪ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਹ ਗੱਲ ਖਿਆਲ ਕਰਨਾ। ਜਿਵੇਂ ਜਿਵੇਂ ਅਸੀਂ ਹਉਮੈ ਦੀਆਂ ਟੀਸੀਆਂ ਤੇ ਚੜ੍ਹਦੇ ਜਾਂਦੇ ਹਾਂ, ਤਿਵੇਂ ਤਿਵੇਂ ਜੀਵਨ ਵਿੱਚ ਸੁਖੀ ਹੋਣ ਦੀ ਬਜਾਏ ਦੁਖੀ ਹੁੰਦੇ ਜਾਂਦੇ ਹਾਂ। ਇਹ ਪੌੜੀਆਂ ਹਨ ਇਨਸਾਨ ਦਾ ਜੀਵਨ ਦੀਆਂ, ਜਿਹੜਾ ਚੜ੍ਹਦਾ ਹੈ। ਹਉਮੈ ਦੀ ਪੌੜੀ ਤੇ ਚੜ੍ਹਿਆ ਅੰਦਰ ਮੈਲਾ ਹੁੰਦਾ ਹੈ, ਸਾਫ਼ ਨਹੀਂ ਹੋ ਸਕਦਾ। ਹਉਮੈ ਇੱਕ ਐਸੀ ਚੀਜ਼ ਹੈ ਜਿਹੜੀ ਸਾਨੂੰ ਦੁਨੀਆ ਦੇ ਨਾਲ ਜੋੜ ਦਿੰਦੀ ਹੈ, ਪਰਮੇਸ਼ਰ ਨਾਲ ਤੋੜ ਦਿੰਦੀ ਹੈ। ਇਹ ਜਿਤਨੇ ਵੀ ਯਤਨ ਮਰਜ਼ੀ ਕਰ ਲਈਏ, ਸੰਸਾਰ ਵਿੱਚ ਨਾ ਆਈਏ, ਤੀਰਥਾਂ ਤੇ ਨਾ ਆਈਏ, ਹੋਰ ਕਰਮ ਕਰ ਆਈਏ, ਇਹ ਮੈਲ ਉਤਰਦੀ ਨਹੀਂ। ਭਾਵੇਂ ਬੰਦਾ ਹਜ਼ਾਰਾਂ ਤੀਰਥਾਂ ਦਾ ਜਾ ਕੇ ਇਸ਼ਨਾਨ ਕਰ ਲਵੇ। ਇਹ ਸਗੋਂ ਜਿਵੇਂ ਜਿਵੇਂ ਮਨੁੱਖ ਇਹ ਕਰਮ ਕਾਂਡ ਕਰਦਾ ਹੈ, ਤਿਵੇਂ ਤਿਵੇਂ ਅੰਦਰ ਹਉਮੈ ਹੋਰ ਵੱਧਦੀ ਜਾਂਦੀ ਹੈ। ਮੈਂ ਤਾਂ ਇੰਨੇ ਤੀਰਥਾਂ ਤੇ ਇਸ਼ਨਾਨ ਕਰ ਆਇਆ, ਮੈਂ ਤਾਂ ਇੰਨਾ ਪਾਠ ਕਰ ਲਿਆ, ਇੰਨੀਆਂ ਮਾਲਾ ਫੇਰ ਲਈਆਂ। ਹਾਲਾਂਕਿ ਮਾਲਾ ਫੇਰਨਾ ਗੁਰਮਤਿ ਦਾ ਸਿਧਾਂਤ ਹੀ ਨਹੀਂ ਹੈ, ਲੇਕਿਨ ਹੰਕਾਰ ਦੀਆਂ ਟੀਸੀਆਂ ਤੇ ਚੜਿਆ ਹੋਇਆ ਮਨੁੱਖ ਇਹੋ ਗਿਣਤੀਆਂ ਮਿਤੀਆਂ ਕਰਦਾ। ਮੈਂ ਤਾਂ 40 ਪਾਠ ਕਰ ਲੈਣਾ, ਇੱਕ ਚੌਂਕੜੇ ਵਿੱਚ ਮੈਂ ਤਾਂ ਕਿਤਨਾ ਕਿਤਨਾ ਬਾਣੀ ਪੜ੍ਹ ਲੈਣਾ। ਸਭ ਭਗਵਾਨ ਦੀਆਂ ਬਾਤਾਂ ਹਨ। ਇਹ ਰੁਕਾਵਟ ਹੈ, ਇਹਦੇ ਨਾਲ ਪਰਮੇਸ਼ਰ ਨਹੀਂ ਮਿਲ ਸਕਦਾ। ਅਧਿਆਤਮਿਕ ਜੀਵਨ ਦੀ ਸਭ ਤੋਂ ਵੱਡੀ ਰੁਕਾਵਟ ਇਹ ਹਉਮੈ ਹੈ। ਇਹ ਤਾਂ ਪਤਾ ਵੀ ਨਹੀਂ ਲੱਗਦਾ। ਇਹ ਹਉਮੈ ਕਈ ਵਾਰੀ ਸਾਡੇ ਬੋਲਾਂ ਵਿੱਚ ਆ ਕੇ ਬੋਲਦੀ ਹੈ, ਜ਼ਬਾਨ ਤੇ ਆਉਂਦੀ ਹੈ। ਕਈ ਵਾਰੀ ਇਹ ਹਉਮੈ ਸਾਡੇ ਦਿਮਾਗ ਵਿੱਚ ਆਉਂਦੀ ਹੈ, ਤੇ ਕਈ ਵਾਰੀ ਇਹ ਹਉਮੈ ਸਾਡੇ ਕਾਰ ਵਿਹਾਰ ਦੇ ਵਿੱਚ, ਰੋਜ਼ਾਨਾ ਜੀਵਨ ਦੇ ਵਿਹਾਰ ਵਿੱਚ ਵੀ ਆਉਂਦੀ ਹੈ। ਕਿੰਨੀ ਕੁ ਅਸੀਂ ਇਹਦੇ ਨੇੜੇ ਆ ਹਉਮੈ ਦੇ, ਉਨੀ ਕੁ ਇਹ ਇਨਸਾਨ ਨੂੰ ਤੰਗ ਕਰੀ ਜਾਂਦੀ ਹੈ। ਕੇਵਲ ਪਰਮੇਸ਼ਰ ਦੀ ਇੱਕ ਸ਼ਰਨ ਹੈ, ਗੁਰੂ ਦੀ ਸ਼ਰਨ ਹੈ, ਗੁਰੂ ਦਾ ਨਾਮ ਹੈ, ਜਿਹੜਾ ਸਾਡੀ ਹਉਮੈ ਨੂੰ ਦੂਰ ਕਰ ਸਕਦਾ ਹੈ, ਜਿਹੜਾ ਹੰਕਾਰ ਨੂੰ ਦੂਰ ਕਰ ਸਕਦਾ ਹੈ। ਕਹਿੰਦੇ ਵੱਡੇ ਵੱਡੇ ਗਿਆਨਵਾਨ, ਗਿਆਤਾ, ਧਾਰਮਿਕ ਦੁਨੀਆ ਦੇ ਚੱਲਣ ਵਾਲੇ ਵੀ ਹੰਕਾਰ ਵਿੱਚ ਫਸੇ ਹੋਏ ਹਨ। ਹਉਮੈ ਨੇ ਅਸਲ ਵਿੱਚ ਸਾਡੇ ਜੀਵਨ ਨੂੰ ਪਰਮੇਸ਼ਰ ਤੋਂ ਦੂਰ ਕਰਕੇ ਰੱਖਿਆ ਹੋਇਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਰਾਗ ਵਿੱਚ ਇੱਕ ਬਚਨ ਕੀਤਾ, ਗੁਰੂ ਅਮਰਦਾਸ ਮਹਾਰਾਜ ਨੇ, ਕਹਿੰਦੇ ਜਗ ਹਉਮੈ ਮੈਲ ਦੁੱਖ ਪਾਇਆ। ਜਗਤ ਨੇ, ਗੱਗੇ ਨੂੰ ਸਿਹਾਰੀ ਨਾਲ ਹੈ, ਜਗਤ ਵਿੱਚ ਦੇਖਦੇ ਕੀ ਆ ਝਾਤ ਮਾਰ ਕੇ ਕਿ ਹਉਮੈ ਦੀ ਮੈਲ ਨਾਲ ਸਾਰੇ ਦੁਖੀ ਹਨ। ਇਹ ਖਿਆਲ ਕਰੋ, ਹਉਮੈ ਖਾਸ ਕਰਕੇ ਧਾਰਮਿਕ ਦੁਨੀਆ ਵਿੱਚ ਵੀ ਬਹੁਤ ਬੋਲਬਾਲਾ ਹੈ ਇਸਦਾ।
ਹਉਮੈ ਤੇ ਗੱਲ ਕਰਦੀ ਹੈ ਵੀ ਮੈਂ ਬੜਾ ਉੱਚਾ ਸੁੱਚਾ, ਮੈਂ ਸਵੇਰੇ ਉੱਠ ਜਾਣਾ, ਮੈਂ ਤਾਂ ਬੜੀ ਵਧੀਆ ਕਥਾ ਵਿਚਾਰ ਕਰ ਲਈ, ਮੈਂ ਕੀਰਤਨ ਬੜਾ ਵਧੀਆ ਕੀਤਾ, ਮੇਰੀ ਜਥੇਬੰਦੀ ਸਭ ਤੋਂ ਵਧੀਆ ਹੈ, ਦੂਜੀ ਜਥੇਬੰਦੀ ਨੂੰ ਉਹਦਾ ਹੀ ਕੱਖ ਨਹੀਂ, ਉਹਦੇ ਪੱਲੇ ਹੀ ਕੱਖ ਨਹੀਂ। ਇੱਕ ਦੂਜੇ ਦੀ ਨੁਕਤਾਚੀਨੀ ਅੰਦਰ ਹੰਕਾਰ ਦੀਆਂ ਟੀਸੀਆਂ ਤੇ ਚੜ ਕੇ ਬੰਦਾ ਕਰਦਾ ਹੈ, ਅੰਦਰ ਨੂੰ ਮੈਲਾ ਕਰ ਦਿੰਦੀ, ਸੋਚਣ ਹੀ ਨਹੀਂ ਦਿੰਦੀ ਕਿ ਜਗਤ ਕੇਵਲ ਮੇਰੇ ਤੱਕ ਨਹੀਂ ਹੈ। ਹਉ ਤੇ ਮੈਂ, ਜਦੋਂ ਹਉ ਤੇ ਮੈਂ ਹੀ ਹਾਂ, ਬਸ ਹੋਰ ਕੋਈ ਹੈ ਹੀ ਨਹੀਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਵੀ ਜਗਤ ਵਿੱਚ ਤਾਂ ਹੈ ਹੀ ਇਹੋ ਕੁਛ ਹੈ, ਜਗਤ ਫਸਿਆ ਹੀ ਇਸ ਤਰ੍ਹਾਂ ਦਾ ਹੈ ਕਿ ਜਗ ਹਉਮੈ ਮੈਲ ਦੁੱਖ ਪਾਇਆ, ਹਉਮੈ ਦੀ ਮੈਲ ਵਿੱਚ ਦੁਖੀ ਹੈ। ਮਨ ਲਾਗੀ ਦੂਜੇ ਭਾਏ, ਦੂਜੇ ਭਾਏ ਪਰਮੇਸ਼ਰ ਤੋਂ ਬਿਨਾ, ਗੁਰੂ ਤੋਂ ਬਿਨਾ ਹੋਰ ਰਸਤੇ ਤੇ ਤੁਰਨਾ, ਦੂਜਾ ਭਾਏ ਦੁਬਦਾ, ਇਹ ਦੂਜਾ ਭਾਏ ਹੈ। ਕਹਿੰਦੇ ਨੇ ਸਤਿਗੁਰੂ ਜੀ ਦੇ ਅੰਦਰ ਨੂੰ ਮੈਲ ਲੱਗ ਗਈ, ਹੁਣ ਮਲ ਧੋਤੀ ਕਿਵੇਂ ਨਾ ਉਤਰਿਆ, ਹੁਣ ਇਹ ਮੈਲ ਧੋਤਿਆ ਉਤਰਦੀ ਵੀ ਨਹੀਂ। ਜੇ ਸੋ ਤੀਰਥ ਨਹਾਏ, ਵੀ ਜੇ 100 ਤੀਰਥਾਂ ਦਾ ਇਸ਼ਨਾਨ ਵੀ ਕਰ ਲਈਏ ਤਾਂ ਵੀ ਮੈਲ ਨਹੀਂ ਉਤਰਦੀ। ਇਹੋ ਜਿਹੀ ਮੈਲ ਹੈ ਜਿਹੜੀ ਅੰਦਰੋਂ ਉਤਰਦੀ ਨਹੀਂ ਹੈ। ਕਿੰਨੇ ਕਰਮ ਹੋਰ ਕਵਾ ਲਈਏ, ਬਹੁ ਵਿਦ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ। ਜਿਵੇਂ ਜਿਵੇਂ ਇਨਸਾਨ ਕਰਮ ਕਰਦਾ ਤਿਵੇਂ ਤਿਵੇਂ ਹੋਰ ਦੂਣੀ ਚੋਣੀ ਹੋਈ ਜਾਂਦੀ ਹੈ। ਕਰਮ ਕਰਨ ਦਾ ਅਭਿਮਾਨ ਵੀ ਅੰਦਰ ਇਸ ਦੇ ਆ ਜਾਂਦਾ ਹੈ, ਕਰਮ ਕਰਨ ਦਾ ਅਭਿਮਾਨ ਵੀ ਮੈਂ ਧਾਰਮਿਕ ਦੁਨੀਆ 'ਚ ਬੜੇ ਕਰਮ ਕੀਤੇ, ਉਹ ਵੀ ਹੰਕਾਰ ਅੰਦਰ ਆਉਂਦਾ ਹੈ। ਜਿਵੇਂ ਜਿਵੇਂ ਇਨਸਾਨ ਇਸ ਦੁਨੀਆ ਵਿੱਚ ਕਰਮ ਕਰਦਾ ਹੈ ਧਾਰਮਿਕ ਦੁਨੀਆ ਦੇ, ਤਿਵੇਂ ਤਿਵੇਂ ਇਹਦੇ ਹਉਮੈ ਵਿੱਚ ਹੋਰ ਵਾਧਾ ਹੁੰਦਾ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਪੜ੍ਹਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਬੜੇ ਬੜੇ ਗਿਆਨਵਾਨੀਆਂ ਨੂੰ ਪੁੱਛ ਲਓ, ਬੜੇ ਸਿਆਣਿਆਂ ਨੂੰ ਪੁੱਛ ਲਓ, ਜਿਹੜੇ ਆ ਬੜੇ ਗਿਆਨ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨਾਲ ਗੱਲ ਕਰਕੇ ਦੇਖੋ, ਉਹਨਾਂ ਨੂੰ ਤਾਂ ਆਪਣੇ ਗਿਆਨ ਦਾ ਹੀ ਬੜਾ ਹੰਕਾਰ ਹੈ ਵੀ ਮੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ। ਕਿੱਡਾ ਹੰਕਾਰ ਸਾਡੇ ਉਹਨਾਂ ਦੇ ਅੰਦਰ ਹੈ। ਕਹਿੰਦੇ ਗਿਆਨਵਾਨ ਨੂੰ ਪੁੱਛ ਲਓ ਤੁਸੀਂ, ਉਹ ਵੀ ਤੁਹਾਨੂੰ ਦੱਸ ਦੇਣਗੇ ਵੀ ਪੜ੍ਹ ਪੜ੍ਹ ਕੇ ਜਿਹੜੀ ਮੈਲ ਨਹੀਂ ਉਤਰਦੀ। ਇਹਦਾ ਮਤਲਬ ਇਹ ਨਹੀਂ ਪੜ੍ਹਨਾ ਛੱਡ ਦੇਣਾ ਚਾਹੀਦਾ, ਪੜ੍ਹਨ ਤੋਂ ਬਿਨਾਂ ਵੀ ਨਹੀਂ ਉਤਰਨੀ। ਇਹ ਵੀ ਗੱਲ ਮਹਾਰਾਜ ਨੇ ਕਹੀ ਹੈ ਵੀ ਪੜ੍ਹਨ ਤੋਂ ਬਿਨਾਂ ਵੀ ਨਹੀਂ ਉਤਰਦੀ। ਪੜ੍ਹਨਾ ਕਿਉਂ ਹੈ ਇਹ ਗੱਲ ਸੋਚਣ ਦੀ ਲੋੜ ਹੈ, ਨਾ ਕਿ ਪੜ੍ਹਨਾ ਛੱਡਣਾ। ਅਸੀਂ ਉਸ ਪਾਸੇ ਵੱਲ ਸੋਚਣ ਲੱਗ ਪਏ ਜੇ ਪੜ੍ਹੇ ਮੈਲ ਨਹੀਂ ਉਤਰਦੀ ਤਾਂ ਪੜ੍ਹਨ ਦਾ ਕੀ ਲਾਭ ਹੈ। ਨਹੀਂ ਨਹੀਂ, ਪੜ੍ਹਨ ਦਾ ਲਾਭ ਹੈ, ਪਰ ਪੜ੍ਹਨਾ ਕਿਸ ਵਾਸਤੇ ਹੈ ਇਹ ਸੋਚਣ ਦੀ ਬੜੀ ਜ਼ਰੂਰੀ ਬਾਤ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ। ਰਾਉ ਦਾ ਅੰਕ ਹੈ, ਮੇਰੇ ਮਨ ਲਾ ਦੱਸੀ ਹੈ ਤੈਨੂੰ, ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਪਵਿੱਤਰ ਹੋ ਸਕੀਦਾ ਹੈ। ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਮਨ ਤੋਂ ਇਸ ਹਉਮੈ ਦੀ ਮੈਲ ਗੰਦਗੀ ਲਾ ਸਕੀਦੀ ਹੈ। ਜਿਹੜੇ ਮਨਮੁਖ, ਮਨ ਦੇ ਪਿੱਛੇ ਚੱਲਣ ਵਾਲੇ, ਜਿਹਦਾ ਮਨ ਤੇ ਮੁਖ, ਜਿਹਨਾਂ ਦਾ ਮੂੰਹ ਮਨ ਵਾਲੇ ਪਾਸੇ ਹੈ, ਜਿਹੜੇ ਗੁਰਮੁਖ ਹਨ ਉਹਨਾਂ ਦਾ ਮੂੰਹ ਗੁਰੂ ਵਾਲੇ ਪਾਸੇ ਹੈ, ਭਾਵ ਉਹ ਗੁਰੂ ਦੀ ਗੱਲ ਕਰਦੇ ਨੇ, ਤੇ ਜਿਹੜੇ ਇਹ ਵਿਅਕਤੀ ਨੇ ਇਹ ਮਨ ਦੀ ਗੱਲ ਕਰਦੇ ਨੇ, ਜਿਨ੍ਹਾਂ ਦਾ ਮੂੰਹ ਮਨ ਦੇ ਵਾਲੇ ਪਾਸੇ ਹੈ, ਜਿਨ੍ਹਾਂ ਨੇ ਮਨ ਦੀ ਗੱਲ ਹੀ ਕਰਨੀ ਹੈ, ਗੁਰੂ ਦੀ ਗੱਲ ਸੁਣਨੀ ਨਹੀਂ, ਗੁਰੂ ਦੀ ਗੱਲ ਕਰਨੀ ਨਹੀਂ, ਗੁਰੂ ਦੀ ਗੱਲ ਦੇ ਨੇੜੇ ਨਹੀਂ ਜਾਣਾ। ਸਤਿਗੁਰ ਕਹਿੰਦੇ ਨੇ, ਇਹ ਵੀ ਕਹਿੰਦੇ ਨੇ ਥੱਕ ਗਏ ਹਰੀ ਹਰੀ ਕਰਕੇ, ਕਿਉਂਕਿ ਅੰਦਰ ਉਹਦਾ ਭਾਵ ਨਹੀਂ ਹੈ, ਉੱਤੋਂ ਜ਼ਬਾਨ ਬੋਲੀ ਹੈ ਕੇਵਲ, ਪਰ ਉਹਨਾਂ ਦੀ ਮੈਲ ਨਹੀਂ ਉਤਰਦੀ, ਨਾ ਉਹ ਮੈਲ ਆਪਣੀ ਲਾ ਸਕਦੇ ਹਨ। ਮਨਮੁਖ ਹਰ ਹਰ ਕਰ ਥੱਕੈ, ਥੱਕ ਗਏ, ਹਰੀ ਹਰੀ ਕਰਦੇ ਥੱਕੇ, ਮੈਲ ਨਾ ਸਕੀ ਧੋਏ, ਮੈਲ ਧੋਤੀ ਨਹੀਂ। ਕੇਵਲ ਗੁਰੂ ਦੀ ਸ਼ਰਨ ਹੀ, ਵਾਹਿਗੁਰੂ ਦਾ ਨਾਮ ਹੀ ਇਸ ਹਉਮੈ ਦੀ ਮੈਲ ਨੂੰ ਲਾ ਸਕਦਾ ਹੈ। ਹਉਮੈ ਹੈ ਬੜੀ ਖਤਰਨਾਕ। ਗੁਰੂ ਮਹਾਰਾਜ ਨੇ ਇੱਕ ਗੱਲ ਕੀਤੀ, ਕਹਿੰਦੇ ਆਮ ਅਸੀਂ ਗੱਲ ਕਰਦੇ ਹਾਂ, ਸੋਰਠ ਰਾਗ ਦਾ ਬਚਨ ਗੁਰੂ ਅਰਜਨ ਦੇਵ ਮਹਾਰਾਜ ਦਾ ਹੈ
जिस दिन सवाल जवाब ਦਾ ਇਹ ਆਪਣਾ ਚੱਲਿਆ ਸੀ ਦਿਨ, ਉਦੋਂ ਵੀ ਸ਼ਬਦ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਸਨ ਬੋਲੀ ਦੀਆਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਦੇਖੋ, ਇੱਕ ਆਮ ਬੰਦਾ ਇਹ ਸੋਚਦਾ ਹੈ ਕਿ ਸਾਰੇ ਕਹਿੰਦੇ ਨੇ ਰੱਬ ਅੰਦਰ ਹੈ, ਰੱਬ ਅੰਦਰ ਹੈ, ਰੱਬ ਅੰਦਰ ਹੈ, ਰੱਬ ਦਿਸਦਾ ਕਿਉਂ ਨਹੀਂ? ਰੱਬ ਕਿਉਂ ਨਹੀਂ ਦਿਸਦਾ? ਇਸ ਵਾਸਤੇ ਨਹੀਂ ਦਿਸਦਾ ਕਿ ਰੱਬ ਤੇ ਤੇਰੇ ਵਿੱਚ ਇੱਕ ਪਰਦਾ ਬਣ ਗਿਆ। ਤੇ ਪਰਦਾ ਕਿਹੋ ਜਿਹਾ? ਕਹਿੰਦੇ ਭੰਬੀਰੀ ਹੁੰਦੀ ਨਾ, ਭੰਬੀਰੀ ਜਾਂ ਤਿਤਲੀ ਕਹਿ ਲਈਏ, ਉਹ ਤੇ ਕਿੰਨਾ ਕੁ ਮੋਟਾ ਉਹਦਾ ਖੰਭ ਹੁੰਦਾ, ਉਹਦੇ ਤੋਂ ਵੀ ਪਤਲਾ ਹੈ। ਹੁਣ ਪਰਦਾ ਤਾਂ ਪਰਦਾ ਹੀ ਹੈ, ਭਾਵੇਂ ਪਤਲਾ ਤੇ ਭਾਵੇਂ ਵੱਡਾ। ਅੰਦਰ ਹੈ ਉਹ ਹੋਮੇ ਦਾ ਪਰਦਾ, ਹੋਮੇ ਦੀ ਭੀਤ ਕੰਧ ਖੜੀ ਹੋ ਗਈ। ਸੁਣਦੇ ਆ ਵੀ ਪਰਮੇਸ਼ਰ ਸਾਡੇ ਨੇੜੇ ਵਸਦਾ ਹੈ, ਪਰਮੇਸ਼ਰ ਦਾ ਦਰ ਸਾਡੇ ਨਾਲ ਹੈ, ਪਰ ਕਹਿੰਦੇ ਨੇ ਉਹਨੂੰ ਜੇ ਦੇਖਿਆ ਹੀ ਨਹੀਂ ਤੇ ਸਾਨੂੰ ਤਾਂ ਲੱਗਦਾ ਬੜਾ ਦੂਰ ਵਸਦਾ। ਅਸੀਂ ਗੱਲਾਂ ਉਹ ਲੋ ਜੀ ਉੱਪਰ ਹੈ ਜੀ, ਰੱਬ ਉੱਪਰ ਹੈ, ਉੱਪਰ ਜਦੋਂ ਕਰੀ ਉੱਪਰ ਵਾਲੇ ਦੀ ਕਿਰਪਾ। ਉੱਪਰ ਵਾਲਾ ਕਿੱਥੇ ਹੈ? ਅਸਮਾਨ 'ਚ ਟੰਗਿਆ ਹੋਇਆ, ਉਹ ਤਾਂ ਹਰ ਥਾਂ ਤੇ ਮੌਜੂਦ ਹੈ। ਸਾਡੀ ਸੋਚ ਜਿਹੜੀ ਗੱਲ ਕਰਦੀ ਹੈ ਉੱਪਰ ਵਾਲੇ ਦੀ ਕਿਰਪਾ ਜੀ, ਨਹੀਂ ਨਹੀਂ ਨਹੀਂ, ਉੱਪਰ ਵਾਲੇ ਦੀ ਨਹੀਂ। ਅਸਲ ਵਿੱਚ ਅੰਦਰ ਵਸਦੇ ਹੋਏ ਪਰਮੇਸ਼ਰ ਨੂੰ ਦੀਦਾਰ ਹੀ ਨਹੀਂ ਕਰ ਸਕੇ। ਹਉਮੈ ਦੀ ਭੀਤ ਕੇਵਲ ਤਾਂ ਕੇਵਲ ਗੁਰੂ ਹੀ ਤੋੜ ਸਕਦਾ ਹੈ, ਕੇਵਲ ਤਾਂ ਕੇਵਲ ਗੁਰੂ, ਗੁਰੂ ਦੀ ਬੰਦਗੀ, ਗੁਰੂ ਦਾ ਨਾਮ, ਗੁਰੂ ਦੀ ਯਾਦ, ਗੁਰੂ ਦਾ ਪਿਆਰ। ਸ਼ਬਦ ਅਸੀਂ ਆਮ ਹੀ ਸੁਣਿਆ, ਬਹੁਤ ਸਾਰੇ ਸਾਡੇ ਕੀਰਤਨੀ ਸਿੰਘਾਂ ਨੇ ਵੀ ਸ਼ਬਦ ਗਾਇਨ ਕੀਤਾ ਹੋਇਆ। ਕਹਿੰਦੇ ਨੇ ਹਉ ਭੀਤ ਭਿਓ ਹੈ ਬੀਚੋ, ਸੋਢ ਰਾਗ ਦਾ ਬਚਨ ਹੈ ਗੁਰੂ ਪਾਤਸ਼ਾਹ ਜੀ ਦਾ, 624 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਹਉ ਭੀਤ ਭਿਓ ਹੈ ਬੀਚੋ, ਸੁਣਤ ਦੇਸ਼ ਨਿਕਟਾਇਓ। ਸੁਣਦੇ ਆ ਨੇੜੇ ਹੈ। ਭੰਬੀਰੀ ਕੋ ਪਾਤ ਪਾਰ ਦੋ, ਬਿਨ ਦੇ ਪੇਖੇ ਦੁਰਾਇਓ। ਪਰ ਕਹਿੰਦੇ ਨੇ ਹੁਣ ਦੇਖੀ ਕਰੀਏ ਕਿ ਸਾਡੇ ਤੇ ਉਹਦੇ ਭੰਬੀਰੀ ਦੇ ਖੰਭ ਜਿੰਨੀ ਪਰਦਾ ਬਣ ਗਿਆ। ਹੁਣ ਜਦ ਤੱਕ ਉਹ ਦਿਸਦਾ ਨਹੀਂ ਸਾਨੂੰ ਤਾਂ ਬੜਾ ਦੂਰ ਲੱਗਦਾ। ਅੰਦਰ ਹਉਮੈ ਦਾ ਪਰਦਾ ਬਣ ਗਿਆ ਹੈ, ਛੋਟਾ ਜਿਹਾ, ਬਰੀਕ ਜਿਹਾ, ਬਹੁਤ ਇੰਨਾ ਬਰੀਕ ਵੀ ਸੂਖਸ਼ਮ ਰੂਪ ਵਿੱਚ ਆਈ ਹੋਈ ਹਉਮੈ ਵੀ ਇਨਸਾਨ ਨੂੰ ਲੈ ਡੁੱਬਦੀ ਹੈ। ਮੈਂ ਬੇਨਤੀ ਕਰਦੇ ਹਾਂ, ਹਉਮੈ ਦੇ ਦੋ ਰੂਪ ਹਨ। ਇੱਕ ਰੂਪ ਤਾਂ ਸਾਡੀ ਪ੍ਰਤੱਖ ਜ਼ਿੰਦਗੀ ਵਿੱਚੋਂ ਨਜ਼ਰ ਆ ਜਾਂਦਾ ਹੈ, ਪਰ ਇੱਕ ਰੂਪ ਇਹੋ ਜਿਹਾ ਹੈ ਜਿਹੜਾ ਸਾਡੇ ਅੰਦਰ ਛੁਪਿਆ, ਜਿਹਨੂੰ ਸੂਖਸ਼ਮ ਰੂਪ ਦੀ ਅਸੀਂ ਗੱਲ ਕਹਿੰਦੇ ਹਾਂ। ਉਹ ਦੁਨੀਆ ਨਹੀਂ ਦੇਖ ਸਕਦੀ, ਅਸੀਂ ਆਪਣੇ ਆਪ ਨੂੰ ਵੀ ਕਈ ਵਾਰੀ ਮਹਿਸੂਸ ਨਹੀਂ ਕਰਦੇ, ਪਰ ਸਾਡੇ ਅੰਦਰ ਉਹ ਹੈ। ਜਿਹੜੀ ਸੂਖਸ਼ਮ ਰੂਪ ਵਿੱਚ ਆਈ ਹੋਈ ਹਉਮੈ, ਉਹ ਦੂਜੀ ਹਉਮੈ ਤੋਂ ਵੀ ਜ਼ਿਆਦਾ ਖਤਰਨਾਕ ਹੈ, ਜ਼ਿਆਦਾ ਖਤਰਨਾਕ, ਕਿਉਂਕਿ ਉਹਦਾ ਅਹਿਸਾਸ ਹੀ ਨਹੀਂ ਹੁੰਦਾ। ਜਿਹੜੀ ਚੀਜ਼ ਦਾ ਅਹਿਸਾਸ ਨਾ ਹੋਵੇ ਉਹਨੂੰ ਦੂਰ ਕਰਨਾ ਹੋਰ ਔਖਾ ਹੁੰਦਾ ਹੈ। ਬਿਮਾਰੀ ਡਾਇਗਨੋਸ ਨਾ ਹੋਵੇ ਤੇ ਇਲਾਜ ਕੀ ਹੋਏਗਾ? ਜਦ ਤੱਕ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ ਵੀ ਬਿਮਾਰੀ ਕੀ ਹੈ, ਜਿੰਨਾ ਮਰਜ਼ੀ ਦਵਾਈਆਂ ਦੀ ਜਾਈਏ, ਜਿੰਨਾ ਮਰਜ਼ੀ ਅਸੀਂ ਹਸਪਤਾਲਾਂ 'ਚ ਘੁੰਮਦੇ ਰਹੀਏ, ਜਿੰਨੇ ਮਰਜ਼ੀ ਵਧੀਆ ਤੋਂ ਵਧੀਆ ਸਿਆਣੇ ਤੋਂ ਸਿਆਣੇ ਵੈਦ, ਹਕੀਮ, ਡਾਕਟਰਾਂ ਕੋਲ ਚਲੇ ਜਾਈਏ, ਜੇ ਕਿਸੇ ਨੇ ਬਿਮਾਰੀ ਹੀ ਡਾਇਗਨੋਸ ਨਹੀਂ ਕੀਤੀ, ਬਿਮਾਰੀ ਦੀ ਪਛਾਣ ਨਹੀਂ ਕੀਤੀ, ਤੇ ਉਹਦਾ ਦਾਰੂ ਕਿੱਥੋਂ ਮਿਲੇਗਾ? ਦਾਰੂ ਨਹੀਂ ਮਿਲ ਸਕਦਾ। ਦਾਰੂ ਤਾਂ ਮਿਲੇਗਾ ਜੇ ਬਿਮਾਰੀ ਦੀ ਪਛਾਣ ਹੋ ਜਾਏ। ਸੂਖਸ਼ਮ ਰੂਪ ਵਿੱਚ ਆਈ ਹੋਈ ਹਉਮੈ ਐਸੀ ਬਿਮਾਰੀ ਹੈ ਜਿਹੜੀ ਡਾਇਗਨੋਸ ਹੀ ਨਹੀਂ ਕਰਦੇ ਸੀ, ਪਤਾ ਹੀ ਨਹੀਂ ਸਾਨੂੰ ਸਾਡੇ ਅੰਦਰ ਆਈ ਹੋਈ ਹੈ। ਸਾਡੇ ਬੋਲਾਂ 'ਚ ਜਿਹੜੀ ਬਾਹਰ ਸੀ ਉਹ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ। ਅਸੀਂ ਹੰਕਾਰ ਦੇ ਬੋਲ ਬੋਲੀਏ, ਦੁਨੀਆ ਨੂੰ ਵੀ ਪਤਾ ਲੱਗ ਜਾਂਦਾ ਹੈ, ਮਤ ਸਮਝੀਏ ਨਹੀਂ ਪਤਾ ਲੱਗਦਾ। ਤੇ ਸਾਡੇ ਕਿਰਦਾਰ ਵਿੱਚ ਉਹਦਾ ਵੀ ਪਤਾ ਲੱਗ ਜਾਂਦਾ ਹੈ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਇਹ ਹਉਮੈ ਦੀ ਭੀਤ, ਜਿਹੜੀ ਭੰਬੀਰੀ ਤੋਂ ਬਰੀਕ ਹੈ ਨਾ, ਇਹਨੇ ਬੜਾ ਦੂਰ ਕੀਤਾ ਰੱਬ ਨੂੰ, ਕਿਉਂਕਿ ਦੇਖਣ ਨਹੀਂ ਦਿੰਦੀ, ਪਤਾ ਵੀ ਨਹੀਂ ਲੱਗਦਾ, ਦੇਖਣ ਵੀ ਨਹੀਂ ਦਿੰਦੀ। ਤੇ ਸਤਿਗੁਰੂ ਕਹਿੰਦੇ ਭੰਬੀਰੀ ਕੋ ਪਾਤ ਪਾਰ ਦੋ, ਬਿਨ ਪੇਖੇ ਦੁਰਾਇਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਕਿਆ, ਭਿਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁਖ ਮਿਟਾਇਓ। ਮਾਰੇ ਮਾਲਕ ਨੇ ਕਿਰਪਾ ਕੀਤੀ
नजर कीती मेरे उत्ते, मेरे सारे ही दुख कट दिते। कहो नानक हौमे भीत गुर खोई। हुण किदां टुटी जी हौमे दी भीत, किवें टुट गई? गुरु ने दूर कीती। तो दयार बीठ लो पायो, फिर कहते ने दयार बीठ लो, दयालु परमेश्वर ਉਹਨੂੰ ਪਾ ਲਿਆ। तो ढंग केवल ਤਾਂ केवल परमेश्वर ਦੇ ਨੇੜੇ ਹੁੰਦਾ ਹਉਮੈ ਦੀ ਭੀਤ ਤੋੜਨ ਦਾ ਹੈ। ਜਿਹੜੇ ਵਾਹਿਗੁਰੂ ਦੇ ਨੇੜੇ ਹੁੰਦੇ ਨੇ ਉਹਨਾਂ ਦੀ ਹਉਮੈ ਦੀ ਭੀਤ ਜਿਹੜੀ ਟੁੱਟਦੀ ਜਾਂਦੀ ਹੈ। ਜਦ ਤੱਕ ਅਸੀਂ ਲਗਾਤਾਰ ਪਰਮੇਸ਼ਰ ਦੀ ਆਰਾਧਨਾ ਨਹੀਂ ਕਰਦੇ, ਪਿਆਰ ਨਾਲ ਉਹਦੇ ਵਿੱਚ ਭਿੱਜ ਕੇ ਉਹਦੇ ਵਿੱਚ ਵਾਹਿਗੁਰੂ ਦੀ ਬੰਦਗੀ ਵਾਲੇ ਪਾਸੇ ਨਹੀਂ ਤੁਰਦੇ, ਹਉਮੈ ਦੀ ਭੀਤ ਬਣੀ ਰਹਿੰਦੀ ਹੈ। ਸਤਿਗੁਰੂ ਕਹਿੰਦੇ ਅਨਹਤ ਬਾਣੀ ਪਾਈਏ ਤਾਂ ਹਤੈ ਹਉਮੈ ਹੋਏ ਵਿਨਾਸ਼। ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੇਵੇ ਆਪਣਾ ਹੋ ਸਤਿਗੁਰ ਮਾਨੈ ਤਾਸ। ਮੈਂ ਬਲਿਹਾਰ ਉਹਨਾਂ ਤੋਂ ਜਿਹੜੇ ਗੁਰੂ ਦੀ ਆਰਾਧਨਾ ਕਰਦੇ ਹਨ, ਨਾਮ ਜਪਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਨਾਲ ਆਪਣੇ ਹਉਮੈ ਦੀ ਕੰਧ ਤੋੜ ਲਈ। ਇਹੋ ਜਿਹੇ ਜਿਹੜੇ ਬਖਸ਼ ਹਨ, ਗੁਰੂ ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਜਿਹੜੇ ਵਿਅਕਤੀ ਹਨ, ਰੰਗੇ ਹੋਏ ਵਿਅਕਤੀ ਹਨ, ਇਹ ਫਿਰ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਪਾਉਂਦੇ ਹਨ। ਖੜ ਦਰਗੇ ਤੇ ਨਾਈ ਹੈ, ਮੁਖ ਹਰ ਨਾਮ ਨਿਵਾਸ। ਉਹਨਾਂ ਦੇ ਜ਼ਬਾਨ ਵਿੱਚ ਵੀ ਵਾਹਿਗੁਰੂ ਦੀ ਬੰਦਗੀ ਹੈ, ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਬੰਦਗੀ ਹੈ। ਇਹ ਨਹੀਂ ਮਨ ਤੋਂ ਹੀ ਇਕੱਲੀ ਕਰੀ ਜਾਣਾ, ਨਹੀਂ। ਗੁਰ ਕਿਹਾ ਸੁਚਿਤ ਧਰ ਹਾਂ, ਜੋ ਗੁਰੂ ਨੇ ਕਿਹਾ ਅੰਦਰ ਵਸਿਆ ਹੋਇਆ। ਦੂਜਿਆਂ ਨਾਲ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ। ਜ਼ਬਾਨ ਤੇ ਵੀ ਵਾਹਿਗੁਰੂ ਦਾ ਨਾਮ ਹੈ, ਹਿਰਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਹੈ। ਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਬਹੁਤ ਉਦਾਹਰਨਾਂ ਦਿੱਤੀਆਂ ਹਨ ਇਹ ਹਉਮੈ ਦੇ ਬਾਰੇ ਚ। ਸਤਿਗੁਰ ਕੇ ਅੰਦਰ ਇੱਕ ਬੜੀ ਰਾਮਕਲੀ ਰਾਗ ਵਿੱਚ ਇੱਕ ਬੜੀ ਖੂਬਸੂਰਤ ਉਦਾਹਰਨ ਮਹਾਰਾਜ ਨੇ ਦਿੱਤੀ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਹਿੰਦੇ ਨੇ ਇੱਕ ਨੌਜਵਾਨ ਹੋਵੇ, ਜਵਾਨੀ ਦਾ ਨਸ਼ਾ ਉਹਦੇ ਉੱਤੇ ਚੜਿਆ ਹੋਵੇ, ਕਿਉਂਕਿ ਜੋਬਨ ਦਾ ਨਸ਼ਾ ਬੜਾ ਵੱਡਾ ਹੈ। ਜਿਹੜਾ ਬੰਦੇ ਨੂੰ ਜਵਾਨੀ ਹੋਵੇ, ਤਾਕਤ ਵੀ ਹੋਵੇ, ਪੈਸਾ ਵੀ ਕੋਲ ਹੋਵੇ, ਸਾਧਨ ਵੀ ਕੋਲ ਹੋਣ, ਉਹ ਤਾਂ ਟਿਕਦਾ ਹੀ ਨਹੀਂ, ਫੁੱਲਿਆ ਹੀ ਨਹੀਂ ਸਮਾਉਂਦਾ। ਗੁਰੂ ਪਿਆਰਿਓ, ਇਹ ਜਵਾਨੀ ਦਾ, ਇਹ ਪੈਸੇ ਦਾ, ਇਹ ਨਸ਼ਾ ਬੜਾ ਹੀ ਖਤਰਨਾਕ ਹੈ। ਚੰਗੀ ਸਵਾਰੀ ਹੋਵੇ, ਬੰਦਾ ਚੰਗੀ ਵੱਡੀ ਕਾਰ ਲੈ ਲਵੇ, ਉੱਤੇ ਬੈਠਦਾ ਹੀ ਉਹਦੇ ਅੰਦਰ ਹੰਕਾਰ ਦੀਆਂ ਟੀਸੀਆਂ ਤੇ ਚੜ ਜਾਂਦਾ। ਦੇਖੋ ਆਮ ਸਾਡੀ ਦੁਨੀਆ 'ਚ ਵਾਪਰਦੀਆਂ ਗੱਲਾਂ ਨੇ। ਕੋਈ ਵਿਰਲਾ ਭਾਗਾਂ ਵਾਲਾ ਹੀ ਹੈ ਜਿਹੜਾ ਅੰਦਰ ਬੈਠ ਕੇ ਵੀ ਕਹਿੰਦਾ ਮਾਲਕਾ ਰੱਬ ਤੂੰ ਕਿਰਪਾ ਕੀਤੀ ਹੈ, ਮੈਨੂੰ ਇਹ ਚੀਜ਼ ਸਵਾਰੀ ਬਖਸ਼ੀ ਹੈ। ਵਿਰਲਾ ਹੀ ਹੈ, ਨਹੀਂ ਤਾਂ ਉਹ ਕਹਿੰਦਾ ਦੁਨੀਆ ਮੇਰੇ ਵੱਲ ਦੇਖੇ, ਫਿਰ ਕਿਹੜੀ ਦਬਾ ਕੇ ਹਾਰਨ ਮਾਰਨੇ, ਲੋਕਾਂ ਦਾ ਧਿਆਨ ਖਿੱਚਣ ਲਈ ਕਿ ਮੇਰੀ ਕਾਰ ਬੜੀ ਵੱਡੀ ਹੈ, ਮੈਂ ਵੱਡੀ ਗੱਡੀ ਖਰੀਦ ਲਈ, ਵੱਡੀ ਮਹਿੰਗੀ ਲੈ ਲਈ। ਗੁਰੂ ਮਹਾਰਾਜ ਨੇ ਕੋਈ ਉਦਾਹਰਨ ਦਿੱਤੀ। ਕਹਿੰਦੇ ਇੱਕ ਨੌਜਵਾਨ ਬੰਕਾ ਖੂਬਸੂਰਤ, ਬੜੀ ਜਵਾਨੀ, ਤੇ ਘੋੜੇ ਤੇ ਚੜ ਗਿਆ, ਘੋੜੇ ਦਾ ਸਵਾਰ ਬਣ ਗਿਆ। ਘੋੜੇ ਤੇ ਜਾਂਦਾ, ਆਪਣੀ ਮਰਜ਼ੀ ਨਾਲ ਜਿੱਧਰ ਨੂੰ ਜਾਂਦਾ ਘੋੜਾ ਦੌੜਾ ਰਿਹਾ। ਲੋਕਾਂ ਦੀ ਫਸਲਾਂ ਦੀ ਪਰਵਾਹ ਨਹੀਂ ਕੀਤੀ, ਨਾ ਹੀ ਕਰਦਾ, ਕਿਉਂਕਿ ਹੰਕਾਰ ਦੀਆਂ ਉਚਾਈਆਂ ਉਹਦੀਆਂ ਅੰਦਰ ਵਸੀਆਂ ਹੋਈਆਂ ਨੇ। ਉਜਾੜੀ ਜਾਂਦਾ ਹੈ, ਲੋਕਾਂ ਦੀ ਫਸਲ ਦਾ ਵੀ ਪਰਵਾਹ ਨਹੀਂ ਕਰਦਾ। ਜਦੋਂ ਹੀ ਕਿਤੇ ਘੋੜੀ ਬੇਕਾਬੂ ਹੁੰਦੀ ਹੈ, ਘੋੜਾ ਬੇਕਾਬੂ ਹੁੰਦਾ ਹੈ, ਉਹ ਘੋੜਾ ਹੀ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਗੁਰੂ ਪਾਤਸ਼ਾਹ ਨੇ ਬੜੀ ਕਮਾਲ ਦੀ ਉਦਾਹਰਨ ਦਿੱਤੀ ਹੈ। ਕਹਿੰਦੇ ਕਮਰ ਕਟਾਰਾ ਬੰਕੜਾ, ਬੰਕੇ ਕਾ ਅਸਵਾਰ। ਕਟਾਰ ਉਹਨੇ ਲਾਈ ਹੋਈ, ਭਾਵ ਆਪਣੇ ਵੈਪਨ ਰੱਖੇ ਹੋਏ ਕੋਲ, ਜਿਹੜਾ ਅੱਜ ਕੱਲ ਪਿਸਤੌਲ ਕਹਿ ਲਓ, ਰਿਵਾਲਵਰ ਕਹਿ ਲਓ। ਤੇ ਸਤਿਗੁਰੂ ਦਾ ਸ਼ਲੋਕ ਕਿਆ ਕਮਾਲ ਦਾ ਹੈ। ਕਮਰ ਕਟਾਰਾ ਬੰਕੜਾ, ਬੰਕੇ ਕਾ ਅਸਵਾਰ, ਗਰਭ ਨਾ ਕੀਜੈ ਨਾਨਕਾ, ਮਤ ਸਿਰ ਆਵੇ ਭਾਰ। ਉਹ ਭੋਲਿਆ, ਇੰਨਾ ਹੰਕਾਰ ਨਾ ਕਰ ਇਸ ਘੋੜੇ ਦੀ ਸਵਾਰੀ ਤੇ ਚੜ ਕੇ ਕਿਤੇ ਸਿਰ ਭਾਰੇ ਤੈਨੂੰ ਘੋੜਾ ਹੀ ਥੱਲੇ ਨਾ ਸੁੱਟ ਦੇਵੇ। ਮਤ ਸਿਰ ਆਵੇ ਭਾਰ। ਉਹ ਜੇ ਚੰਗੀਆਂ ਸਵਾਰੀਆਂ ਦਿੱਤੀਆਂ ਪਰਮੇਸ਼ਰ ਨੇ, ਉਹਦਾ ਸ਼ੁਕਰਾਨਾ ਕਰ, ਹੰਕਾਰ ਦੀਆਂ ਟੀਸੀਆਂ ਤੇ ਨਾ ਚਾਰ।
ਪੈਗ ਲਾ ਲਾ ਕੇ ਗੱਡੀਆਂ ਦੇ ਹਰਨ ਨਾ ਮਾਰ, ਪਤਾ ਨਹੀਂ 2 ਕਿਲੋਮੀਟਰ ਤੋਂ ਬਾਅਦ ਹੀ ਤੇਰੀ ਜ਼ਿੰਦਗੀ ਦਾ ਅੰਤ ਹੋ ਜਾਣਾ। ਇਹੋ ਕਾਰ ਹੀ ਤੇਰੀ ਮੌਤ ਦਾ ਕਾਰਨ ਬਣ ਜਾਏਗੀ। ਹੰਕਾਰ ਹੈ ਨਾ, ਹੰਕਾਰ ਨੇ ਸਾਡੀ ਜ਼ਿੰਦਗੀ ਨੂੰ ਬੇਰੁਖਾ ਜਿਹਾ ਬਣਾ ਦਿੱਤਾ ਹੈ। ਭਗਤ ਰਵਿਦਾਸ ਜੀ ਨੇ ਬਸੰਤ ਰਾਗ ਵਿੱਚ ਇੱਕ ਹੋਰ ਬੜਾ ਵਧੀਆ ਬਚਨ ਲਿਖਿਆ। ਕਹਿੰਦੇ ਭਾਦੋਂ ਦੇ ਮਹੀਨੇ ਵਿੱਚ ਅਸੀਂ ਵੇਖਦੇ ਹਾਂ ਬੜਾ ਹੁੱਸੜ ਜਿਹਾ ਲੱਗਦਾ, ਜਦੋਂ ਅਸੀਂ ਕਿ ਚਮਾਸਾ ਲੱਗ ਜਾਂਦਾ ਹੈ ਭਾਦੋਂ ਦੇ ਮਹੀਨੇ ਵਿੱਚ। ਤੇ ਇਹ ਭਾਦੋਂ ਦੇ ਚਮਾਸਿਆਂ ਦੇ ਵਿੱਚ ਕੀ ਵੇਖਦੇ ਹਾਂ ਵੀ ਖੁੰਭਾਂ ਆਪਣੇ ਆਪ ਹੀ ਧਰਤੀ ਦਾ ਸੀਨਾ ਪਾੜ ਕੇ ਬਾਹਰ ਆ ਜਾਂਦੀਆਂ ਨੇ। ਹਿਰਦੇ ਦੀ ਧਰਤੀ ਦੀ ਤਪਸ਼ ਧਰਤੀ ਦਾ ਸੀਨਾ ਪਾੜਦੀ ਹੈ, ਔਰ ਧਰਤੀ ਦੀ ਸੀਨਾ ਪਾੜ ਕੇ ਇੱਕ ਖੁੰਭ ਆਪਣੇ ਆਪ ਬਾਹਰ ਆ ਜਾਂਦੀ ਹੈ। ਹੁਣ ਖੁੰਭ ਦੀ ਜ਼ਿੰਦਗੀ ਦੇਖੋ, ਕਹਿੰਦੇ ਉਦਾਹਰਨ ਦਿੱਤੀ ਭਗਤ ਰਵਿਦਾਸ ਜੀ ਨੇ। ਕਹਿੰਦੇ ਨੇ ਖੁੰਭ ਮਾਨ ਕਰੇ ਵੀ ਮੇਰਾ ਰੰਗ ਬੜਾ ਚਿੱਟਾ ਹੈ, ਮੈਂ ਬੜੀ ਖੂਬਸੂਰਤ ਹਾਂ। ਉਹ ਕਹਿੰਦੇ ਭੁੱਲ ਗਏ ਖੁੰਭੇ, ਤੈਨੂੰ ਨਹੀਂ ਪਤਾ। ਭਗਤ ਰਵਿਦਾਸ ਜੀ ਕਹਿੰਦੇ ਭੋਲੀਏ ਖੁੰਭੇ, ਤੈਨੂੰ ਨਹੀਂ ਪਤਾ ਵੀ ਤੈਨੂੰ ਕਾਹਦਾ ਬਮਾਨ ਹੈ। ਤੂੰ ਤਾਂ ਇਹ ਭਾਦੋਂ ਦੀ ਖੁੰਭ ਇਹੋ ਜਿਹੀ ਹੈ ਜਿਹਨੂੰ ਕੋਈ ਤੋੜ ਲਵੇ, ਨਹੀਂ ਤਾਂ ਆਪਣੇ ਆਪ ਹੀ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦੀ ਹੈ। ਕਹਿੰਦੇ ਤੈਨੂੰ ਸੁੱਝਦਾ ਹੀ ਕੁਛ ਨਹੀਂ ਹੰਕਾਰ ਦੀਆਂ ਟੀਸੀਆਂ ਤੇ ਚੜ ਕੇ। ਤੂੰ ਤਾਂ ਆਪਣਾ ਰੂਪ ਦੇਖ ਕੇ, ਆਪਣਾ ਕੱਪੜਾ ਦੇਖ ਕੇ, ਅੱਜ ਸਾਡੀ ਜ਼ਿੰਦਗੀ ਦੀ ਹਾਲਤ ਕੀ ਹੈ। ਅਸੀਂ ਸਭ ਇਹਦੇ ਵਿੱਚ ਹੀ ਫਸੇ ਹੋਏ ਹਾਂ। ਆਪਣੇ ਆਪ ਨੂੰ ਖੜਾ ਕਰਕੇ ਸ਼ੀਸ਼ਿਆਂ ਦੇ ਅੱਗੇ ਖੜੇ ਹੋ ਕੇ ਭਗਤ ਜੀ ਨੇ ਬੜੀ ਖੂਬਸੂਰਤ ਉਦਾਹਰਨ ਦਿੱਤੀ ਹੈ। ਕਹਿੰਦੇ ਤੁਝੇ ਸੁਝੰਤਾ ਕਛ ਨਾ ਹੈ, ਤੈਨੂੰ ਕੁਝ ਨਹੀਂ ਪਤਾ, ਕੋਈ ਸਮਝ ਨਹੀਂ ਆਉਂਦੀ, ਤੈਨੂੰ ਹੋਰ ਕੋਈ ਗੱਲ ਆਉਂਦੀ ਹੀ ਨਹੀਂ। ਬਮਾਨੀ ਬੰਦੇ ਨੂੰ ਹੋਰ ਗੱਲ ਵੀ ਕੋਈ ਨਹੀਂ ਆਉਂਦੀ। ਕਹਿੰਦੇ ਤੁਝੇ ਸੁਝੰਤਾ ਕੁਝ ਕਛ ਨਾ ਹੈ, ਪਹਿਰਾਵਾ ਦੇਖ ਊਬ ਪਾਹੇ। ਆਪਣੇ ਕੱਪੜਿਆਂ ਨੂੰ ਦੇਖ ਕੇ ਉਹ ਸਮਝਦਾ ਜਿਵੇਂ ਮੈਂ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਗਿਆ, ਔਰ ਆਕਾਸ਼ ਦੀਆਂ ਉਡਾਰੀਆਂ ਲਾਉਂਦਾ। ਊਬ ਦਾ ਮਤਲਬ ਉੱਚੇ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਪਿਆਲੇ ਦਾ ਮਤਲਬ ਥੱਲੇ ਡੂੰਗੀ, ਊਬ ਦਾ ਮਤਲਬ ਅਸਮਾਨ ਵਾਲੇ ਪਾਸੇ। ਉਹ ਕਹਿੰਦੇ ਭੋਲਿਆ ਵੀ ਤੈਨੂੰ ਸਮਝਦਾ ਹੀ ਕੱਖ ਨਹੀਂ। ਤੁਝੇ ਸੁਝੰਤਾ ਕਛ ਨਾ ਹੈ, ਪਹਿਰਾਵਾ ਦੇਖੇ ਊਬ ਜਾਏ। ਫਿਰ ਕਹਿੰਦੇ ਖਿਆਲ ਰੱਖੀ, ਗਰਭਵਤੀ ਕਾ ਨਾਹੀ ਠਾਓ। ਓਏ ਹੰਕਾਰੀ ਦਾ ਕੋਈ ਟਿਕਾਣਾ ਨਹੀਂ ਹੈ, ਹੰਕਾਰੀ ਦਾ ਕੋਈ ਟਿਕਾਣਾ ਨਹੀਂ ਹੈ। ਯਾਰ ਸੁਣ ਮੇਰੀ ਗੱਲ, ਕਹਿੰਦੇ ਭਗਤ ਜੀ, ਤੇਰੀ ਗਰਦਨ ਉੱਪਰ ਲਵੇ ਕਾਉ। ਮੌਤ ਦਾ ਕਾਂ ਤੇਰੀ ਗਰਦਨ ਦੇ ਉੱਤੇ ਕਾਂ ਕਰਦਾ। ਤੂੰ ਤਾਂ ਹੰਕਾਰ ਦੀਆਂ ਸੀੜੀਆਂ ਤੇ ਚੜਿਆ ਹੋਇਆ ਨਾ, ਤੇ ਮੌਤ ਰੂਪੀ ਕਾਂ ਉਹ ਤੇਰੇ ਗਰਦਨ ਦੇ ਉੱਤੇ ਹਰ ਵੇਲੇ ਖੜਾ ਕਿਉਂ ਲਹੂ ਕਰੀ ਜਾਂਦਾ ਹੈ। ਕਾਂ ਬੋਲਦਾ, ਮੌਤ ਦਾ ਕਾਂ ਸੁਨੇਹਾ ਲੈ ਕੇ ਆਇਆ। ਤੇ ਫਿਰ ਕਹਿੰਦੇ ਨੇ ਤੂੰ ਕਾਏ ਗਰਭ ਹੈ ਬਾਬਲੀ। ਉਹ ਕਮਲੀਏ, ਤੂੰ ਤਾਂ ਉਹਦੇ ਵਰਗੀ ਹੈ ਜੈਸੇ ਭਾਦੋਂ ਖੂਬ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਭਾਦੋਂ ਦੀ ਖੁੰਭ ਵਰਗੀ ਹੈ, ਤੂੰ ਤਾਂ ਉਹਦੇ ਤੋਂ ਵੀ ਕਾਲੀ ਹੈ, ਤੇਰੀ ਜ਼ਿੰਦਗੀ ਤਾਂ ਉਹ ਤੋਂ ਵੀ ਛੋਟੀ ਹੈ। ਤੂੰ ਕਾਹੇ ਗਰਭ ਹੈ ਬਾਬਲੀ, ਕਮਲੀਏ ਚਲੀਏ। ਤੂੰ ਤਾਂ ਭਾਦੋਂ ਦੀ ਖੁੰਭ ਦਾ ਆਪਣਾ ਦੇਖ ਜੀਵਨ, ਤੇ ਆਪਣਾ ਜੀਵਨ ਦੇਖ। ਭਾਦੋਂ ਦੀ ਖੁੰਭ ਨੂੰ ਕੋਈ ਤੋੜ ਲਵੇ ਨਹੀਂ ਤਾਂ ਧਰਤੀ ਤੇ ਆਪਣੇ ਆਪ ਡਿੱਗ ਪੈਂਦੀ ਹੈ। ਪਰ ਤੇਰਾ ਜੀਵਨ ਤਾਂ ਭਾਦੋਂ ਦੀ ਖੁੰਭ ਤੋਂ ਵੀ ਛੋਟਾ ਹੈ। ਪਤਾ ਨਹੀਂ ਸਾਹ ਆਉਣਾ ਕਿ ਨਹੀਂ ਆਉਣਾ। ਤੇ ਤੂੰ ਕਾਹਦਾ ਹੰਕਾਰ, ਆਪਣੇ ਪਹਿਰਾਵੇ ਦਾ, ਆਪਣੇ ਮਹੱਲ ਦਾ, ਆਪਣੇ ਸਵਾਰੀਆਂ ਦਾ ਕਾਹਦਾ ਹੰਕਾਰ ਕਰਦੀ ਹੈ। ਔਰ ਜ਼ਿੰਦਗੀ ਸਾਡੀ ਇਹਦੇ ਰੱਖੀ ਹੋਈ ਹੈ। ਗੁਰੂ ਕੇ ਪਿਆਰ ਵਾਲਿਓ, ਹਉਮੈ ਬਹੁਤ ਵੱਡੀ ਰੁਕਾਵਟ ਹੈ, ਖਿਆਲ ਕਰਿਓ। ਪਰ ਜੇ ਮਨੁੱਖ, ਜੋ ਗੁਰੂ ਸਾਹਿਬ ਜੀ ਨੇ ਅੱਜ ਦੀ ਪਹਿਲੀ ਪੰਕਤੀ ਵਿੱਚ ਗੱਲ ਸਮਝਾਈ, ਵੀ ਜੇ ਮਨੁੱਖ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਆਰੰਭ ਕਰੇ, ਸ਼ੁਰੂ ਕਰੇ, ਤਾਂ ਗੁਰੂ ਨਾਨਕ ਪਾਤਸ਼ਾਹ ਫਿਰ ਦੱਸਦੇ ਹਨ ਕਿ ਮਨੁੱਖ ਅੰਦਰ ਇੱਕ ਅਜਿਹਾ ਰੁੱਖ ਪੈਦਾ ਹੁੰਦਾ ਹੈ, ਰੁੱਖ ਉੱਗ ਪੈਂਦਾ ਹੈ, ਜਿਸ ਨੂੰ ਸਿਰਫ ਸਿਮਰਨ ਦੀਆਂ ਟਾਹਣੀਆਂ ਫੁੱਟਦੀਆਂ ਹਨ। ਕਿੱਡਾ ਬਹੁਤ ਸੋਹਣੀ ਉਦਾਹਰਨ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ। ਕਹਿੰਦੇ ਜੇ ਮਨੁੱਖ ਵਾਹਿਗੁਰੂ ਦੀ ਯਾਦ ਵੱਲ ਜੁੜ ਪਵੇ, ਫਿਰ ਇਹਦੇ ਅੰਦਰ ਇੱਕ ਐਸਾ ਰੁੱਖ ਪੈਦਾ ਹੁੰਦਾ ਹੈ ਜਿਸ ਨੂੰ ਟਾਹਣੀਆਂ ਸਿਮਰਨ ਦੀਆਂ ਲੱਗਦੀਆਂ ਹਨ।
ਉਹਦੀ ਯਾਦ ਦੀਆਂ ਲੱਗਦੀਆਂ ਹਨ ਤੇ ਫੁੱਲ ਉਸ ਨੂੰ ਧਾਰਮਿਕ ਜੀਵਨ ਦੇ ਲੱਗਦੇ ਹਨ। ਧਰਮੀ ਜੀਵਨ ਦਾ ਉਹਦਾ ਫੁੱਲ ਲੱਗਦਾ ਹੈ। ਗੁਰੂ ਪਾਤਸ਼ਾਹ ਜੀ ਨੇ ਬਹੁਤ ਵਧੀਆ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਵੀ ਫਿਰ ਉਸ ਦੇ ਧਰਮੀ ਜੀਵਨ ਦਾ ਉਹਨੂੰ ਫੁੱਲ ਲੱਗਦਾ ਹੈ ਤੇ ਫਿਰ ਪ੍ਰਭੂ ਨਾਲ ਡੂੰਗੀ ਡਾਢੀ ਪ੍ਰੀਤ ਜਿਹੜਾ ਉਹਦਾ ਫਲ ਲੱਗਦਾ ਹੈ। ਜਿਹੜੀ ਪ੍ਰੀਤ ਬਣ ਜਾਣੀ ਨਾ ਉਹਦਾ ਫਲ ਲੱਗਦਾ ਹੈ। ਫਲ ਕਿਹੜਾ ਲੱਗਦਾ ਜੀ? ਪ੍ਰਭੂ ਨਾਲ ਡੂੰਗੀ ਪ੍ਰੀਤ ਦਾ ਫੁੱਲ ਲੱਗਦਾ ਹੈ। ਫੁੱਲ ਲੱਗਦਾ ਧਾਰਮਿਕ ਜੀਵਨ ਦਾ ਤੇ ਫਲ ਲੱਗਦਾ ਉਸ ਪ੍ਰਭੂ ਨਾਲ ਪ੍ਰੀਤ ਦਾ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਫਿਰ ਪ੍ਰਭੂ ਦੀ ਪ੍ਰਾਪਤੀ ਜਿਹੜੀ ਹੈ ਉਸ ਰੁੱਖ ਦੇ ਪੱਤੇ ਹਨ ਇਹਦਾ ਖਿਲਾਰੇ ਹੋਏ, ਉਹਨੂੰ ਸਾਰੇ ਆਪਣੀ ਛਾਂ ਥੱਲੇ ਦਰਖਤ ਕਦੀ ਕਹਿੰਦਾ ਆਪਣੀ ਛਾਂ ਥੱਲੇ ਹਰ ਨੂੰ ਆਪਣੀ ਥੱਲੇ ਬਿਠਾ ਲੈਂਦਾ, ਭਾਵੇਂ ਕੋਈ ਕਿਸੇ ਜਾਤੀ ਦਾ ਕਿਸੇ ਬਰਾਦਰੀ ਦਾ ਉੱਚਾ ਨੀਵਾਂ ਅਮੀਰ ਗਰੀਬ ਉਹਦਾ ਸੁਭਾਅ ਇਹੋ ਜਿਹਾ ਹੋ ਜਾਂਦਾ ਹੈ। ਕਹਿੰਦੇ ਉਹ ਤਾਂ ਪੱਤੇ ਹਨ ਫਿਰ ਤੇ ਫਿਰ ਨਿਮਰਤਾ ਜਿਹੜੀ ਹੈ ਉਸ ਰੁੱਖ ਦੀ ਛਾਂ ਹੁੰਦੀ ਹੈ। ਇਹ ਜੀਵਨ ਹੈ ਜਿਹੜਾ ਗੁਰੂ ਸਾਹਿਬ ਨੇ ਪਹਿਲੀ ਪੰਕਤੀ 'ਚ ਬਿਆਨ ਕੀਤਾ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਕਮਲਿਆ ਮਨਾ ਮੈਂ ਕਰਨ ਵਾਲੀ ਬਿਰਤੀ ਛੱਡ, ਮੈਂ ਕਰਨ ਵਾਲੀ ਬਿਰਤੀ ਤਿਆਗ ਦੇ। ਪ੍ਰਭੂ ਦੀ ਬੰਦਗੀ ਰੂਪੀ ਸ੍ਰੇਸ਼ਟ ਗੁਣ ਜਿਹੜੇ ਨੇ ਉਹ ਆਪਣੇ ਅੰਦਰ ਧਾਰਨ ਕਰ ਤਾਂ ਕਿ ਤੇਰੀ ਸੁਰਤ ਹਮੇਸ਼ਾ ਉਸ ਪਰਮੇਸ਼ਰ ਵਿੱਚ ਜੁੜੀ ਰਵੇ ਔਰ ਤੇਰੇ ਅੰਦਰ ਵੀ ਉਹ ਰੁੱਖ ਜਿਹੜਾ ਪੈਦਾ ਹੋ ਜਾਏ। ਆਮ ਸ਼ਬਦ ਅਸੀਂ ਸੁਣਦੇ ਹਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਬਸੰਤ ਰਾਗ ਵਿੱਚ ਬਹੁਤ ਕੀਰਤਨੀਆ ਸਿੰਘ ਆਉਂਦੇ ਨੇ, ਕਹਿੰਦੇ ਨੇ ਭੋਲਿਆ ਹਉਮੈ ਸੁਰਤ ਵਿਸਾਰ, ਭੋਲਿਆ ਹਉਮੈ ਸੁਰਤ ਵਿਸਾਰ, ਹਉਮੈ ਮਾਰਗ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਬਸੰਤ ਰਾਗ ਦਾ ਸ਼ਬਦ ਹੈ ਔਰ ਕੀਰਤਨੀਆ ਸਾਡੇ ਆਮ ਪੜ੍ਹਦੇ ਨੇ। ਭੋਲਿਆ ਓਏ ਹਉਮੈ ਦੇ ਵੱਲੋਂ ਬਿਰਤੀ ਤੋੜ, ਆਪਣੀ ਸੁਰਤ ਵਿੱਚੋਂ ਹੰਕਾਰ ਦੀਆਂ ਗੱਲਾਂ ਕੱਢ ਤੇ ਕਰ ਕੀ? ਕਹਿੰਦੇ ਨੇ ਹਉਮੈ ਮਾਰ ਕੇ, ਹਉਮੈ ਮਾਰਨ ਦਾ ਵਿਚਾਰ ਪੱਕਾ ਕਰ ਆਪਣੇ ਮਨ ਵਿੱਚ, ਉਸ ਵਾਹਿਗੁਰੂ ਦੀ ਬੰਦਗੀ ਦੇ ਨਾਮ ਦੀ ਵਿਚਾਰ ਕਰ, ਗੁਣ ਲੈ ਤੇ ਗੁਣਾਂ ਦਾ ਵਾਸਾ ਕਰ ਇਹਦੇ ਵਿੱਚ ਜਿਨ੍ਹਾਂ ਨੇ ਤੇਰੇ ਇਸ ਹਉਮੈ ਨੂੰ ਤੋੜ ਦੇਣਾ ਹੈ। ਆਪਣੇ ਕੰਮ ਨੂੰ ਦਰਖਤ ਬਣਾ। ਫਿਰ ਕਹਿੰਦੇ ਨੇ ਸ਼ਾਖਾ ਉਹਦੀਆਂ ਟਾਹਣੀਆਂ ਜਿਹੜੀਆਂ ਹਨ ਉਹ ਹਰੀਆਂ ਭਰੀਆਂ ਉੱਗਣਗੀਆਂ। ਧਰਮ ਨੂੰ ਫੁੱਲ ਬਣਾ ਤੇ ਫਲ ਉਸ ਗਿਆਨ ਦਾ ਲਾ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਸ ਮਾਲਕ ਦੀ ਪ੍ਰਾਪਤੀ ਦੀ ਘੜੀ ਛਾਂ ਮਾਨ ਤੇ ਫਿਰ ਤੇਰੇ ਅੰਦਰੋਂ ਹੰਕਾਰ ਜਿਹੜਾ ਹੈ ਉਹ ਸਾਰਾ ਜਿਹੜਾ ਦੂਰ ਹੋਏਗਾ। ਇੰਨੀ ਮਿਹਨਤ ਕਰਨੀ ਪੈਂਦੀ ਹੈ। ਤੇ ਸਤਿਗੁਰੂ ਕਹਿੰਦੇ ਭੋਲਿਆ ਹਉਮੈ ਸੁਰਤ ਵਿਸਾਰ, ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਕਰਮ ਪੇੜ, ਕਰਮ ਆਪਣੇ ਰੋਜ਼ ਦੇ ਕੰਮ, ਕਰਮ ਪੇੜ ਸ਼ਾਖਾ ਹਰੀ। ਤੇ ਸਤਿਗੁਰੂ ਕਹਿੰਦੇ ਨਾਮ ਉਹਦਾ ਨਾਮ ਜਪਣਾ, ਉਹਦੀਆਂ ਸ਼ਾਖਾ ਬਣਾ, ਸਿਮਰਨ ਦੀਆਂ ਸ਼ਾਖਾ ਬਣਾ। ਧਰਮ ਫੁੱਲ ਫਲ ਗਿਆਨ, ਧਰਮ ਰੂਪੀ ਫੁੱਲ ਆ ਤੇ ਗਿਆਨ ਦਾ ਫਲ ਇੱਥੇ ਲੱਗਦਾ ਹੈ। ਪਤ ਪ੍ਰਾਪਤ ਪਰਮੇਸ਼ਰ ਦੀ ਪ੍ਰਾਪਤੀ, ਸ਼ਾਮ ਘਣੀ ਉਹਦੀ ਵਿਛਾ ਮਾਰ। ਚੁੱਕਾ ਮਨ ਅਭਿਮਾਨ, ਮਨ ਚੋਂ ਹੰਕਾਰ ਖਤਮ ਹੋਇਆ। ਤੋ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ ਵੀ ਨਾਮ ਰਾਤੇ ਹਉਮੈ ਜਾਏ। ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗ ਜਾਂਦੇ ਹਨ, ਰੱਤੇ ਜਾਂਦੇ ਹਨ, ਉਹਨਾਂ ਦੀ ਹਉਮੈ ਨਾਸ ਹੋ ਜਾਂਦੀ ਹੈ। ਇਹ ਗੱਲ ਸਮਝ ਆਈ? ਬਿਨਾਂ ਹਉਮੈ ਦੀ ਨਾਸ ਤੋਂ ਕਰਨ ਤੋਂ ਬਿਨਾਂ ਅਧਿਆਤਮਿਕ ਜੀਵਨ ਵੱਲ ਸਾਡਾ ਕਦਮ ਨਹੀਂ ਵੱਧਦਾ। ਵੱਡੇ ਵੱਡੇ ਬੰਦਗੀ ਕਰਨ ਵਾਲਿਆਂ ਨੇ, ਭਗਤਾਂ ਨੇ ਇਹੋ ਚੀਜ਼ਾਂ ਸਾਡੇ ਸਾਹਮਣੇ ਰੱਖੀਆਂ ਹਨ। ਜੇ ਕਹਿੰਦੇ ਨੇ ਹੰਕਾਰ ਰਿਹਾ ਤੇ ਖਾਲੀ ਜਾਣਾ ਪਏਗਾ। ਬਾਬਾ ਫਰੀਦ ਜੀ ਦਾ ਸ਼ਲੋਕ ਆਉਂਦਾ ਹੈ, ਫਰੀਦਾ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਆ ਮਿਹਾ ਮਿਹਾ। ਕਹਿੰਦੇ ਉਹ ਮੀਂਹ ਤੋਂ ਖਾਲੀ ਸਖਣੇ ਹਨ, ਰੇਤ ਦੇ ਟਿੱਬੇ ਜਿੰਨਾ ਮਰਜੀ ਮੀਂਹ ਪੈ ਜਾਏ ਅੰਦਰ ਸੁੱਕੇ ਹੀ ਰਹਿੰਦੇ ਨੇ। ਕਹਿੰਦੇ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ,
फरीदा वो बंदिया सुन गल, जिन्होंने अपनी जवानी का, वड्याई का, अपनी सिफत का, धन का, जोबन का हंकार है, वो तो खाली हैं और खाली दे खाली जाणगे। खाली चलिया धनी स्यों टिब्बे ज्यों मीहा। जिवें मीह तो सखड़े टिब्बे रह जाते हैं, रेत के टिब्बियां दे उत्ते पानी अंदर नहीं वड़दा, इसे तरह उत्तों उत्तों तो बाणी लंघ जाती है, साडे अंदर नहीं वसदी जद तक अंदर हौमे दा कंध बनी हुई है। पर गुरु पातशाह कहते ने भोलिया हौमे सुरत विस्तार। भोलिया इधर ख्याल कर, प्रभु का नाम ही हौमे नूं दूर कर सकता है। तो जिहड़े प्रभु के नाम विच रंगे जाते हैं उन्हां दी हौमे नाश हो जाती है। नाम रते सच रहे समाए। जिहड़े परमेश्वर के नाम विच रंगे हुए हैं वो प्रभु विच समाए रहिंदे हैं। सच दा अर्थ है सदा कायम रहने वाला। सच रहे समाए, सच्चे विच, सिहारी नाल दा मतलब सच्चे अंदर, सच्चे विच, सच्चे दे नाल उहदे विच समाए रहिंदे हैं। जिहड़े परमेश्वर के नाम विच रंगे जाते हैं वो जिंदगी भी उन्हां दी खूबसूरत बन जाती है। भगती का रंग ऐसा चढ़ता है, दुनिया दे हर कोई चीज उन्हां नूं उस भगती के रंग तो दूर नहीं कर सकती। उन्हां दी जिंदगी का आसरा केवल नाम ही बन जाता है, केवल नाम। वो इहो ही कहते ने, नाम बिना मैं धर नहीं काई, नाम रविया सब सास गिरासा। नाम रविया सब सास गिरासा, नाम बिना मैं धर नहीं काई। मैंने कोई होर आसरा नहीं, मैं तो केवल हर श्वास ग्रास विच तेरा ही आसरा है। सच रहे समाए दा अर्थ की है, हर पल जिंदगी उन्हां दी उहदे शुकराने विच हो जाती है, उस परमेश्वर के शुकराने विच हो जाती है। उन्हां दे फिर नामे सुरत सुनी मन भाई। नाम सुरत जिहड़ी नाम विच लगी रहिंदी है, सुरत विच नाम है। गुरु महाराज कहते वो फिर सुनते ने, मन नूं चंगा लगता है। फिर कहते ने जो नाम सुनावे सो मेरा मीत सिखाई। उन्होंने कहते जिहड़ा रब की गल करे ना मेरा प्यारा, वो मेरा मित्र है, वही मेरा सखा है। मेरे हर प्रीतम की कोई बात सुनावे सो भाई सो मेरा वीर। सुनावे तो सही मैनू गल, रिश्ते मेरे जिहड़े ऐ ते झूठे ने। जिहड़ा रिश्ता मैनू वो असल विच मेरा वीर मेरा भाई है, जिहड़ा मैनू मेरे प्यारे की गल आके सुनावे, वो सच विच समाए रहिंदे हैं। गल भी सच्चे दी करते ने, जीवन विच भी सच है, ते उन्हां ने जीवन दे नाल जिन्हां दा साझ पाउंदे ने वो भी सच्चियां नाल पाउंदे ने। क्यों कि जीवन दा तत उन्हां दे कोल आ गया। नाम रते जोग जुगत विचार। महाराज कहते जो प्राणी परमेश्वर के नाम विच रंगे रहिंदे हन उन्हां नूं ही जोग दी जुगती ते सही विचार प्राप्त हुंदी है। जो जोगी सिद्ध भी जोग दी जुगती किहनूं माल मिलती है, किहनूं मिलती है? कहते ने जिहड़े परमेश्वर के नाम च रंगे जाते हैं। सतगुरु गुरु अमरदास महाराज का एक बचन आउंदा बिहागड़ा राग का, सो जोगी जुगत सो पाए। भी जोगी कौन है? जोग की जुगती किहनूं आउंदी है? कि जोगी भेख करके बन जाइदा, कि जोगी पहरावे ना बन जाइदा, कि गुरसिख भेख ना बनता, कि गुरु का सिख भेख बना के सिख खुआ सकता है? गुरु का सिख जीवन घड़ के सिख बन सकता है। जे नहीं घड़िया गया ये सारा भेख बन जाएगा, फिर पहरावा भी भेख बन जाता है। पहरावा तो साडी निशानी है भी साडे अंदर घड़े हुए दी बाहर एक मोहर है साडे उत्ते। इसदा मतलब की है भी असी पहरावा पाउण वाले कम से कम अपने जीवन नूं गुरु अनुसारी करना जरूर करिए, नहीं तो यह पहरावा दुनिया दी नज़रां विच
ਭੇਖ ਆਏਗਾ, ਇਹੋ ਹੀ ਸਵਾਲ ਹੋਏਗਾ, ਅਸੀਂ ਦੇਖੇ ਹੋਏ ਕਿਰਪਾਨਾਂ ਪਾਉਣ ਵਾਲੇ, ਅਸੀਂ ਦੇਖੇ ਹੋਏ ਹੈ ਉਹਨਾਂ ਦੇ ਜੀਵਨ ਨੂੰ। ਕਿਉਂ ਸਵਾਲ ਪੈਦਾ ਹੁੰਦਾ? ਇਸ ਵਾਸਤੇ ਕਿ ਜਦ ਜੋਗ ਜੁਗਤ ਦੀ ਅਸਲੀ ਵਿਚਾਰ ਨਹੀਂ ਆਈ। ਨਾਮ ਰਤਨ ਦੀ ਗੱਲ ਕੀਤੀ ਗੁਰੂ ਮਹਾਰਾਜ ਨੇ, ਕਹਿੰਦੇ ਨੇ ਸੋ ਜੋਗੀ ਜੁਗਤ ਸੋ ਪਾਏ। ਗੁਰੂ ਅਮਰਦਾਸ ਮਹਾਰਾਜ, ਕਿਹੜਾ? ਜਿਸ ਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਗੁਰੂ ਪਾਤਸ਼ਾਹ ਕਹਿੰਦੇ ਜੋਗੀ ਕਿਹੜਾ ਹੈ? ਜੋਗੀ ਗੱਲਾਂ ਨਾਲ ਹੋ ਜਾਂਦਾ, ਜਿਹਨੂੰ ਨਾਮ ਦੀ ਪ੍ਰਾਪਤੀ ਹੋ ਗਈ, ਗੁਰੂ ਅਨੁਸਾਰੀ ਬਣ ਕੇ, ਗੁਰੂ ਦੇ ਵੱਲ ਮੂੰਹ ਕਰਕੇ ਨਾਮ ਦੀ ਪ੍ਰਾਪਤੀ ਹੋ ਗਈ। ਜਿਸ ਜੋਗੀ ਕੀ ਨਗਰੀ ਸਭ ਕੋ ਵਸੈ। ਸਾਰੇ ਗੁਣ ਹੁਣ ਜੋਗੀ ਦੇ ਸਰੀਰ ਰੂਪੀ ਨਗਰੀ ਦੇ ਅੰਦਰ ਆ ਕੇ ਵਸਦੇ ਨੇ। ਨਗਰੀ ਕਿਹੜੀ? ਸਰੀਰ ਰੂਪੀ ਨਗਰੀ, ਜਿਹੜੀ ਸਾਡਾ ਨਗਰ ਹੈ ਸਰੀਰ ਦਾ। ਕਹਿੰਦੇ ਇਸ ਨਗਰੀ ਦੇ ਵਿੱਚ ਹੁਣ ਕੀ ਹੈ? ਤਿਸ ਜੋਗੀ ਕੀ ਨਗਰੀ ਸਭ ਕੋ ਵਸੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭੇਖੀ ਜੋਗ ਨਾ ਹੋਏ। ਜੋਗ ਭੇਖਾਂ ਨਾਲ ਨਹੀਂ ਹੁੰਦਾ। ਜੋਗ ਤਾਂ ਕਮਾਇਆ ਜਾਂਦਾ ਜੇ ਨਾਮ ਵਿੱਚ ਰੰਗੇ ਹੋਏ ਹਾਂ। ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਘਟ ਪ੍ਰਗਟ ਹੋਏ। ਨਾਨਕ, ਗੁਰੂ ਮਹਾਰਾਜ ਕਹਿੰਦੇ, ਗੁਰੂ ਅਮਰਦਾਸ ਪਾਤਸ਼ਾਹ, ਐਸਾ ਵਿਰਲਾ ਕੋ ਜੋਗੀ, ਵਿਰਲਾ ਹੀ ਹੈ। ਮੈਂ ਫਿਰ ਬੇਨਤੀ ਕਰਾਂ, ਵਿਰਲੇ ਦਾ ਮਤਲਬ ਇਹ ਨਹੀਂ ਹੈ ਵੀ ਕੋਈ ਅਸੀਂ ਕਰ ਨਹੀਂ ਸਕਦੇ। ਹਾਂ, ਸਾਡਾ ਕੰਮ ਮਿਹਨਤ ਕਰਨਾ ਹੈ, ਫਲ ਪਰਮੇਸ਼ਰ ਦੇ ਹੱਥ ਵਿੱਚ ਹੈ। ਸਾਡਾ ਕੰਮ ਨਾਮ ਵਿੱਚ ਜੁੜਨਾ ਹੈ ਔਰ ਬੇਨਤੀ ਕਰਨਾ, ਮਹਾਰਾਜ ਸਾਨੂੰ ਨਾਮ ਵਿੱਚ ਰੰਗ, ਆਪਣੀ ਯਾਦ ਵਿੱਚ ਰੰਗ। ਪਰਮੇਸ਼ਰ ਰੰਗ ਦਿੰਦਾ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਜੋਗੀ ਉਹ ਹੈ ਜਿਹਦੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ। ਜੋਗੀ ਦੀ ਦ੍ਰਿਸ਼ਟੀ ਜਾਗ ਪੈਂਦੀ, ਜਿਹੜੀ ਦਿਵ ਦ੍ਰਿਸ਼ਟ ਜਾਗੇ, ਭਰਮ ਚੁਕਾਏ, ਅੰਦਰੋਂ ਭਰਮਾਂ ਦੀ ਭਟਕਣਾ ਖਤਮ ਕਰ ਦੇਵੇ। ਦਿਵ ਦ੍ਰਿਸ਼ਟ ਜਾਗੇ, ਗੁਰ ਪ੍ਰਸਾਦ ਪਰਮ ਪਦ ਪਾਏ, ਗੁਰੂ ਦੀ ਕਿਰਪਾ ਨਾਲ ਉੱਚੀ ਅਵਸਥਾ ਨੂੰ ਪਾ ਲਵੇ। ਸੋ ਜੋਗੀ ਇਹ ਜੁਗਤ ਪਛਾਣੇ, ਗੁਰ ਕੈ ਸ਼ਬਦ ਵਿਚਾਰੀ ਜੀਓ। ਇਹ ਵੀ ਬਚਨ ਗੁਰੂ ਅਮਰਦਾਸ ਮਹਾਰਾਜ ਦਾ ਹੈ ਮਾਰੂ ਰਾਗ ਵਿੱਚ। ਜੋਗੀ ਉਹ ਹੈ ਜਿਹਨੇ ਜੁਗਤੀ ਜੀਵਨ ਦੀ ਜੁਗਤੀ ਪਛਾਣ ਲਈ। ਸਤਿਗੁਰੂ ਜੀ ਕਹਿੰਦੇ ਨੇ ਨਾਮ ਵਿੱਚ ਜੁੜੇ ਹੋਇਆ ਹੀ ਜੋਗ ਜੁਗਤ ਦੀ ਸਹੀ ਜੁਗ ਦੀ ਜੋਗ ਅਤੇ ਉਹਦੀ ਜੁਗਤੀ ਦੀ ਸਹੀ ਪ੍ਰਾਪਤੀ ਹੁੰਦੀ ਹੈ। ਨਾਮ ਰਤੇ ਜੋਗ ਜੁਗਤ ਵਿਚਾਰ, ਨਾਮ ਰਤੇ ਪਾਵੇਂ ਮੋਖ ਦੁਆਰ। ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਬੰਦੇ ਹੀ ਹਉਮੈ ਤੋਂ ਛੁਟਕਾਰਾ ਪਾਉਂਦਾ ਰਾਹ ਲੱਭ ਲੈਂਦੇ ਹਨ। ਮੁਕਤ ਮੋਖ ਦੁਆਰ, ਬੰਧਨਾਂ ਤੋਂ ਛੁਟਕਾਰਾ, ਕਿਉਂਕਿ ਉੱਤੇ ਹਉਮੈ ਦੀ ਗੱਲ ਆਈ ਹੈ। ਇਸ ਵਾਸਤੇ ਇਹ ਬੰਧਨਾਂ ਤੋਂ ਛੁਟਕਾਰਾ ਪਾਉਣ ਦੀ ਗੱਲ ਕੀਤੀ ਹੈ ਵੀ ਨਾਮ ਰਤੇ ਜਿਹੜੇ ਨੇ ਉਹ ਹੀ ਇਸ ਬੰਧਨਾਂ ਤੋਂ ਛੁਟਕਾਰਾ ਪਾਉਂਦੇ ਹਨ। ਤੇ ਸਾਹਿਬ ਜੀ ਕਹਿੰਦੇ ਇਸ ਕਰਕੇ ਮੇਰੇ ਮਾਲਕਾ, ਮੈਂ ਤਾਂ ਤੇਰੇ ਨਾਮ ਵਿੱਚ ਹਮੇਸ਼ਾ ਰੰਗਿਆ ਰਹਾਂ, ਬਸ ਮੇਰੀ ਇਹੋ ਬੇਨਤੀ ਹੈ। ਨਾਮ ਬਿਨਾ ਕਿਉਂ ਜੀਵਾਂ ਮਾਏ, ਕਿਵੇਂ ਜੀਵਾਂ ਮੈਂ ਤੇਰੇ ਨਾਮ ਤੋਂ ਬਿਨਾ। ਅੰਧ ਨੇ ਜਪੋ ਜਪਤ ਰਹੂੰ ਤੇਰੀ ਸ਼ਰਨਾਏ, ਮੈਂ ਤਾਂ ਹਰ ਵੇਲੇ ਤੇਰਾ ਨਾਮ ਜਪਾਂ ਔਰ ਤੇਰੀ ਸ਼ਰਨ ਵਿੱਚ ਰਹਾਂ। ਨਾਨਕ ਨਾਮ ਰਤੇ ਪਤ ਪਾਏ। ਜਿਹੜੇ ਨਾਮ, ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਵਿੱਚ ਰਤੇ ਹੋਏ ਨੇ, ਪਤ ਉਹਨਾਂ ਦੀ ਹੈ, ਇੱਜ਼ਤ ਉਹਨਾਂ ਨੂੰ ਮਿਲਦੀ ਹੈ। ਆਪਾਂ ਰੋਜ਼ ਪੜ੍ਹਦੇ ਹਾਂ, ਮੰਨੈ ਪਾਵੇਂ ਮੋਖ ਦੁਆਰ, ਮੰਨੈ ਪਰਵਾਰੇ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੇਂ ਨਾ ਭਿਖ। ਐਸਾ ਨਾਮ ਨਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੇ ਤਾਂ ਸਹੀ, ਉਹ ਨਾਮ ਤਾਂ ਬਹੁਤ ਉੱਤਮ ਚੀਜ਼ ਸੀ। ਜਿਹਨੇ ਪਾਲਿਆ, ਸਤਿਗੁਰੂ ਕਹਿੰਦੇ ਉਹਦੇ ਬੰਧਨਾਂ ਤੋਂ ਛੁਟਕਾਰਾ ਹੋ ਗਿਆ। ਨਾਮ ਰਤੇ ਪਾਵੇਂ ਮੋਖ ਦੁਆਰ, ਨਾਮ ਰਤੇ ਤ੍ਰੈ ਭਵਨ ਸੋਜੀ ਹੋਏ। ਤ੍ਰੈ ਭਵਨ, ਤਿੰਨਾ ਭਵਨਾਂ, ਭਾਵ ਨਾਮ ਵਿੱਚ ਰੰਦੇ ਹੋਇਆ ਦੀ ਸੋਚ ਵਿਸ਼ਾਲ ਹੋ ਜਾਂਦੀ ਹੈ।
उन्होंने समझ आ जाती है कि परमेश्वर का हर जगह ते टिकाणा है। कोई गल समझ लेंदे हैं, विशालता आ जानी, तेरे भवना की सोझी हो जानी। तेरे भवन आकाश लोक मात लोक पताल लोक क्या जाता, भाव सारी कायनात सारी सृष्टि सोझी होता, मतलब उन्होंने नाल मुहब्बत बन जानी। उन्होंने समझ आ गई घट घट मैं हर जू बसै संतन किहो पुकार। गुरु तेग बहादुर साहब जी ਜਿਹੜੇ ਸ਼ਲੋਕ ਵਾਰਾਂ ਦੇ ਵਧੀਕ ਦੇ ਆਖਰੀ ਸ਼ਲੋਕ ਆਉਂਦੇ ਨੇ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ, ਕਹ ਨਾਨਕ ਤੇ ਭਜ ਮਣਾ ਭਉ ਨਿਤ ਉਤਰੈ ਪਾਰ। ਕਹਿੰਦੇ ਘੱਟ ਫਿਰ ਉਹਨੂੰ ਵੀ ਜਪਣਾ। ਤਿੰਨਾਂ ਭਵਨਾਂ ਦੀ ਸੋਝੀ ਕਿਸ ਨੂੰ ਵਿਚਾਰ, ਉਹਦੀ ਸੋਚ ਦਾ ਦਾਇਰਾ ਵਿਸ਼ਾਲ ਹੋ ਜਾਂਦਾ ਹੈ। ਉਹਦੀ ਸੋਚ ਦਾ ਦਾਇਰਾ ਵਿਸ਼ਾਲ ਹੋ ਜਾਂਦਾ, ਵੱਡਾ ਹੋ ਜਾਂਦਾ, ਜਿਹੜਾ ਮਨੁੱਖ ਪਰਮ ਪਿਤਾ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜਦਾ ਹੈ, ਨਾਮ ਵਿੱਚ ਰੰਗਿਆ ਜਾਂਦਾ ਹੈ। ਉਹਦੀ ਸੋਚ ਕੇਵਲ ਆਪਣੇ ਤੱਕ ਸੀਮਿਤ ਨਹੀਂ, ਪਰਿਵਾਰ ਤੱਕ ਸੀਮਿਤ ਨਹੀਂ, ਇਲਾਕੇ ਤੱਕ ਸੀਮਿਤ ਨਹੀਂ, ਉਹਦੀ ਮੁਹੱਬਤ ਸੰਸਾਰ ਤੱਕ ਸੀਮਿਤ ਹੈ। ਹਾਂ, ਗੱਲਾਂ ਤਾਂ ਅਸੀਂ ਵੀ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਕਿੰਨਾ ਕੁ ਭਲਾ ਮੰਗਿਆ ਕਰੀ, ਕਿੰਨੀ ਕੁ ਸੰਗਤ ਜੁੜਦੀ ਹੈ ਜਦੋਂ ਆਪਾਂ ਅਰਦਾਸ ਦੇ ਲਫ਼ਜ਼ ਬੋਲਦੇ ਹਾਂ। ਉਦੋਂ ਤੇ ਹੁੰਦਾ ਜੀ ਬਸ ਫਟਾਫਟ ਥੱਲੇ ਨੂੰ ਮੱਥਾ ਟੇਕੀਏ। ਜਦੋਂ ਇਹ ਨਾਨਕ ਨਾਮ ਚੜ੍ਹਦੀ ਕਲਾ ਦੀ ਗੱਲ ਆਉਂਦੀ ਹੈ, ਨਾਮ ਦੀ ਹਮੇਸ਼ਾ ਚੜ੍ਹਦੀ ਕਲੀ ਹੈ, ਚੜ੍ਹਦੀ ਕਲਾ ਹੋਏਗੀ। ਔਰ ਗੁਰੂ ਮਹਾਰਾਜ ਕਹਿੰਦੇ ਤੇਰੇ ਭਾਣੇ, ਜਦੋਂ ਸਰਬੱਤ ਦਾ ਭਲੇ ਦੀ ਗੱਲ ਕਰਦੇ ਆ, ਉਦੋਂ ਤਾਂ ਸਿਰਫ ਸੋਚ ਆਪਣੇ ਤੱਕ ਹੀ ਟਿਕ ਜਾਂਦੀ ਹੈ। ਸਰਬੱਤ ਦਾ ਭਲਾ ਕੇਵਲ ਪੜ੍ਹਨ ਨਾਲ ਨਹੀਂ, ਅੰਦਰੋਂ ਜ਼ਰੂਰ ਬੇਨਤੀ ਕਰਨੀ ਚਾਹੀਦੀ ਹੈ, ਮਹਾਰਾਜ ਤੇਰੇ ਭਾਣੇ ਸਰਬੱਤ ਦਾ ਭਲਾ। ਅੰਦਰੋਂ ਭਿੱਜ ਕੇ ਬੇਨਤੀ ਕਰੀਏ ਮਾਲਕ ਦੇ ਅੱਗੇ, ਕਿਉਂਕਿ ਜਦ ਤੱਕ ਸਾਡੀ ਸੋਚ ਦਾ ਦਾਇਰਾ ਛੋਟਾ ਹੈ, ਅਸੀਂ ਸਰਬੱਤ ਦਾ ਭਲਾ ਨਹੀਂ ਮੰਗ ਸਕਦੇ। ਸਭੇ ਘਟ ਰਾਮ ਬੋਲੇ ਦੀ ਗੱਲ ਅਸੀਂ ਨਹੀਂ ਕਰ ਸਕਦੇ ਜਦ ਤੱਕ ਸਾਡੀ ਸੋਚ ਦਾ ਦਾਇਰਾ ਛੋਟਾ ਹੈ। ਜਦੋਂ ਸੋਚ ਦਾ ਦਾਇਰਾ ਵਿਸ਼ਾਲ ਹੋਏਗਾ, ਫਿਰ ਅਸੀਂ ਇਹ ਗੱਲ ਕਹਿ ਸਕਦੇ ਹਾਂ ਘਟ ਘਟ ਮੈਂ ਹਰ ਜੂ ਬਸੇ। ਤੋ ਸਾਹਿਬ ਜੀ ਕਹਿੰਦੇ ਨਾਮ ਰਤੇ ਤ੍ਰਿਭਵਨ ਸੋਜੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਨਾਨਕ ਜੀ ਸਰਪਿਤਾ ਦੱਸਦੇ ਹਨ, ਪ੍ਰਭੂ ਦੇ ਨਾਮ ਵਿੱਚ ਰਤੇ ਹੋਏ, ਰੰਗਿਆ ਹੋਏ ਨੂੰ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ, ਸਦਾ ਟਿਕੇ ਰਹਿਣ ਵਾਲੇ ਸੁਖ ਦੀ। ਸੁਖ ਕਿਹੜਾ? ਜਿਹੜਾ ਸੁਖ ਨਾਲ ਜਾਂਦਾ ਹੈ। ਸੁਖ ਨਾਹੀ ਬਹੁਤੇ ਤਨ ਖਾਤੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਉਹ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। वो सर्व सुख है, जो सुख को चाहे सदा शरण राम की ले। वो परमेश्वर की शरण विच है, परमेश्वर की शरण विच है, नाम विच है। वो फिर कहता है माई मेरे मन को सुख ऊट आनंद राज सुख भुगवै, हर सिमरत बिन से सब दुख। टूडी राग का भजन गुरु अर्जन देव महाराज का। कहते माई मेरे मन को सुख, हुण तां जिहड़े ਕਰੋੜਾਂ ਹੀ ਰਾਜਾਂ ਭਾਗਾਂ ਦਾ ਸੁੱਖ ਮੈਨੂੰ ਮਿਲ ਗਿਆ। ਕਿਹੜਾ ਸੁੱਖ? ਜਿਹੜਾ ਮੈਨੂੰ ਨਾਮ ਤੋਂ ਮਿਲਿਆ। ਹੁਣ ਦੁਨੀਆ ਦੀਆਂ ਬਾਦਸ਼ਾਹੀਆਂ ਕੂੜੀਆਂ ਜਾਪਦੀਆਂ ਹਨ, ਦੁਨੀਆ ਦੀਆਂ ਬਾਦਸ਼ਾਹੀਆਂ ਵੀ, ਸੰਸਾਰ ਦੀਆਂ ਰਾਜ ਭਾਗ ਵੀ ਕੂੜਾ ਚੱਪ। ਜਿਹੜਾ ਸੁੱਖ ਕਿਸੇ ਨੂੰ ਰਾਜ ਭਾਗ ਤੇ ਬਹਿ ਕੇ ਨਹੀਂ ਮਿਲਦਾ, ਉਹ ਸੁੱਖ ਮੈਨੂੰ ਮਿਲ ਗਿਆ, ਕਿਉਂਕਿ ਆਨੰਦ ਆ ਗਿਆ। ਮਾਈ ਮੇਰੇ ਮਨ ਕੋ ਸੁਖ ਕੋਟ आनंद राज सुख भुगवै, हर सिमरत बिन से सब दुख। सारे दुख जिहड़े दूर हो गए हैं। कोट जन्म के किल विख नासे, सिमरत पावन तन मन सुख। तन ते मन रंगे गए, सुखी हो गए। सारे विघन जिहड़े सी ओह लथ गए। देख स्वरूप पूरन भई आसा, दर्शन भेटत उतरी भुख। ਤੇ ਮਾਲਕ ਤੇਰੇ ਨਾਮ ਵਿੱਚ ਰੰਗਿਆ, ਤੇਰੇ ਦਰਸ਼ਨ ਕਰਕੇ ਮੇਰੀ ਸਾਰੀ ਭੁੱਖ ਉਤਰ ਗਈ ਹੈ। ਦੁਨੀਆ ਦੇ ਪਦਾਰਥਾਂ ਦੀ ਭੁੱਖ ਕਿ ਦੁਨੀਆ ਦੇ ਪਦਾਰਥਾਂ ਦੀ ਅੱਗ ਨਾਲ ਨਹੀਂ ਉਤਰਦੀ। ਜਿੰਨਾ ਮਰਜ਼ੀ ਬਾਲਣ ਪਾ ਲਓ, ਇਹ ਭੁੱਖ ਨਹੀਂ ਉਤਰ ਸਕਦੀ। ਭੁੱਖ ਤਾਂ ਕੇਵਲ ਪਰਮੇਸ਼ਰ ਦੇ ਨਾਮ ਨਾਲ ਹੀ ਉਤਰ ਸਕਦੀ ਹੈ। ਔਰ ਸੁੱਖ ਵੀ ਉਹਦੇ ਵਿੱਚ ਹੈ।
ਤੇ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ, ਇਹ ਮੇਰੇ ਮਾਲਕਾ ਤੂੰ ਮੈਨੂੰ ਆਪਣਾ ਦਰਸ਼ਨ ਦਿਖਾ ਦਿੱਤਾ ਤੇ ਹੁਣ ਮੈਨੂੰ ਅੰਦਰ ਦੀ ਪਛਾਣ ਹੋ ਗਈ ਔਰ ਮੈਂ ਪਰਮ ਸੁਖ ਦੀ ਪ੍ਰਾਪਤੀ ਕਰ ਲਈ ਹੈ। ਜਿਹੜੇ ਨਾਮ ਵਿੱਚ ਰੰਗੇ ਹੋਏ ਹਨ ਉਹ ਆਪਣੇ ਅੰਦਰ ਦੀ ਪਛਾਣ ਕਰਦੇ ਹਨ। ਜਦ ਨਾਨਕ ਕੋ ਹਰ ਦਰਸ਼ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ। ਇਹ ਮੇਰੇ ਮਾਲਕ ਤੂੰ ਮੈਨੂੰ ਮਿਲਿਆ, ਆਤਮ ਚੀਨ ਆਪਣੇ ਆਪ ਦੀ ਪਛਾਣ ਕਰਨੀ ਤੇ ਵੱਡੇ ਸੁਖ ਦੀ ਪ੍ਰਾਪਤੀ ਹੋ ਗਈ। तो सुख नाम तो बिना नहीं है। डिठा सब संसार सुख नाम नाम बिन। सदैव सुख चाहिए है तो परमेश्वर के नाम में जुड़ के मिलेगा। दुनिया के रंग भाग भोग तमाशे ये सुख नहीं दे सकते। तो साहब जी बचन करते जी, नानक नाम रते सदा सुख हुए। हे नानक ਜਿਹੜੇ ਪ੍ਰਭੂ ਦੇ ਨਾਮ ਵਿੱਚ ਸਦਾ ਟਿਕੇ ਰਹਿਣ ਵਾਲੇ ਹਨ ਉਹਨਾਂ ਨੂੰ ਸਦੀਵ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਜੀ ਨੇ ਅੱਜ ਦੇ ਇਸ ਪੌੜੀ ਵਿੱਚ ਬਚਨ ਸਮਝਾਇਆ, ਨਾਮ ਵਿੱਚ ਰਤਿਆਂ ਦੀ ਹਉਮੈ ਦੂਰ ਹੋ ਜਾਂਦੀ ਹੈ। ਨਾਮ ਵਿੱਚ ਰੰਗੇ ਹੋਏ ਸੱਚ ਵਿੱਚ ਸਮਾਏ ਰਹਿੰਦੇ ਹਨ। ਨਾਮ ਵਿੱਚ ਰਤੇ ਹੋਏ ਨੂੰ ਜੋਗ ਜੁਗਤੀ ਦਾ ਤੱਤ ਪਤਾ ਲੱਗ ਜਾਂਦਾ ਹੈ। ਨਾਮ ਵਿੱਚ ਰਤਿਆ ਹੋਣ ਨੂੰ ਮੋਖ ਦੁਆਰ ਮਿਲਦਾ, ਮੁਕਤੀ ਦਾ ਦਰਵਾਜ਼ਾ ਭਾਵ ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਨਾਮ ਚ ਰਤੇ ਹੋਇਆ ਨੂੰ ਤਿੰਨਾਂ ਭਵਨਾਂ ਦੀ ਸੋਝੀ ਭਾਵ ਉਹਨਾਂ ਦੀ ਸੋਚ ਵਿਸ਼ਾਲ ਹੋ ਜਾਂਦੀ ਹੈ। ਤੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਨਾਮ ਰਤੇ ਸਦਾ ਸੁਖ ਹੋਏ, ਉਹ ਆਤਮਿਕ ਸੁਖ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ। ਸਤਿਗੁਰ ਰਹਿਮਤ ਕਰਨ ਕਿ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਵੀ ਪਾਉਣ ਤਦ ਕਿ ਸਾਡਾ ਵੀ ਅੰਦਰ ਸੁਖੀ ਹੋ ਜਾਏ, ਅਸੀਂ ਵੀ ਲੋਕ ਪ੍ਰਲੋਕ ਸੁਹੇਲਾ ਕਰ ਸਕੀਏ। ਇੰਨੇ ਹੀ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।